ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਮੈਂ ਸ਼ਹਿਰੀ ਮਾਰਨਿੰਗ ਸ਼ੋਅ ਦੇ ਵਿੱਚ ਸਵਾਗਤ ਕਰਦੀ ਹਾਂ ਤੇ ਜਿਨ੍ਹਾਂ ਦੀ ਸੋਹਣੀ ਜਿਹੀ ਸਵੇਰ ਸਾਡੇ ਨਾਲ ਚੜ੍ਹੀ ਹੈ ਉਹਨਾਂ ਸਾਰਿਆਂ ਨੂੰ ਗੁੱਡ ਮਾਰਨਿੰਗ। ਸਾਡੇ ਆਲੇ ਦੁਆਲੇ ਦੇਸ਼ ਦੁਨੀਆ ਦੇ ਵਿੱਚ ਬਹੁਤ ਕੁਝ ਚੱਲ ਰਿਹਾ, ਬਹੁਤ ਸਾਰੇ ਮੁੱਦੇ ਨੇ। ਕਰੋਨਾ ਇੱਕ ਬਹੁਤ ਵੱਡਾ ਮੁੱਦਾ ਹੈ, ਪਰ ਉਹਨਾਂ ਦੇ ਉੱਤੇ ਲਗਾਤਾਰ ਅਸੀਂ ਗੱਲਬਾਤ ਕਰ ਹੀ ਰਹੇ ਹਾਂ। ਹਾਲ ਦੀ ਘੜੀ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਜਿਸ ਦੀ ਗੂੰਜ ਦੇਸ਼ ਦੇ ਹਰ ਕੋਨੇ ਦੇ ਵਿੱਚ, ਦੁਨੀਆ ਦੇ ਹਰ ਕੋਨੇ ਦੇ ਵਿੱਚ ਸੁਣਾਈ ਦੇ ਰਹੀ ਹੈ, ਉਹ ਹੈ ਕਿਸਾਨ ਅੰਦੋਲਨ। ਕਿਸਾਨ ਅੰਦੋਲਨ ਦੇ ਉੱਤੇ ਲਗਾਤਾਰ ਅਪਡੇਟ ਜਿਹੜਾ ਹੈ ਕੀਤਾ ਹੀ ਜਾ ਰਿਹਾ ਹੈ। ਹਰ ਦਿਨ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਵੀ ਉੱਥੋਂ ਦੀ ਤਸਵੀਰ ਹੈ, ਦਿੱਲੀ ਬੈਠੇ ਕਿਸਾਨ, ਜਿੰਨਾ ਵੀ ਉੱਥੇ ਜਮਾਵੜਾ ਇਸ ਵੇਲੇ ਲੱਗਿਆ ਹੋਇਆ, ਜਿੰਨੇ ਲੋਕ ਉਸ ਅੰਦੋਲਨ ਨਾਲ ਜੁਟੇ ਹੋਏ ਨੇ, ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਜੁਟੇ ਹੋਏ ਨੇ, ਉਹ ਹਰ ਤਸਵੀਰ ਜਿਹੜੀ ਹੈ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ। ਜਦੋਂ ਸਾਡੇ ਇੱਧਰ ਸਵੇਰ ਹੁੰਦੀ ਹੈ ਕੈਨੇਡਾ ਦੇ ਵਿੱਚ ਤਾਂ ਭਾਰਤ ਦੇ ਵਿੱਚ ਰਾਤ ਹੋ ਚੁੱਕੀ ਹੁੰਦੀ ਹੈ ਔਰ ਦਿਨ ਦਾ ਬਹੁਤ ਸਾਰਾ ਅਪਡੇਟ ਜਿਹੜਾ ਉਹ ਆ ਚੁੱਕਿਆ ਹੁੰਦਾ ਹੈ। ਅੱਜ ਦੀ ਖਬਰ ਦੇ ਮੁਤਾਬਕ ਕਿਸਾਨ ਅੰਦੋਲਨ ਦੇ ਵਿੱਚ ਖੇਤੀਬਾੜੀ ਮੰਤਰੀ ਜਿਹੜੇ ਨੇ ਨਰਿੰਦਰ ਤੋਮਰ, ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਜਿਹੜੀ ਕਰਕੇ ਇਹ ਗੱਲ ਫਿਰ ਕਹੀ ਗਈ ਹੈ ਕਿ ਅਸੀਂ ਨੁਕਤਿਆਂ ਦੇ ਵਿੱਚ ਸੋਧ ਕਰਨ ਦੇ ਲਈ ਤਿਆਰ ਹਾਂ, ਪਰ ਅਜੇ ਵੀ ਖੇਤੀਬਾੜੀ ਜਿਹੜੇ ਬਿੱਲ ਨੇ ਉਹ ਰੱਦ ਕਰਨ ਦੀ ਕੋਈ ਗੱਲ ਕੇਂਦਰ ਸਰਕਾਰ ਦੇ ਵੱਲੋਂ ਨਹੀਂ ਕੀਤੀ ਜਾ ਰਹੀ। ਯਾਨੀ ਉਹ ਇੱਕੋ ਹੀ ਡੰਕਾ ਵਜਾ ਰਹੇ ਨੇ ਕਿ ਅਸੀਂ ਨੁਕਤਿਆਂ ਦੇ ਵਿੱਚ ਤਬਦੀਲੀ ਕਰ ਦੇਵਾਂਗੇ, ਸੁਧਾਰ ਕਰ ਦੇਵਾਂਗੇ, ਪਰ ਅੰਦੋਲਨ ਦੇ ਵਿੱਚ ਜਿੰਨੇ ਲੋਕ ਇਸ ਵੇਲੇ ਜੁਟੇ ਹੋਏ ਨੇ ਉਹਨਾਂ ਦੀ ਮੰਗ ਦੇ ਵੱਲ ਕੋਈ ਧਿਆਨ ਨਹੀਂ ਜਾ ਰਿਹਾ। ਅਜਿਹੇ ਦੇ ਵਿੱਚ ਨਰਿੰਦਰ ਤੋਮਰ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਕਿਸਾਨ ਬਿੱਲ ਨੇ ਉਹ ਲੋਕਾਂ ਦੇ ਜਿਹੜੇ ਨੇ ਹਿੱਤ ਲਈ ਹੈ, ਕਿਸਾਨਾਂ ਦੇ ਹੱਕ ਦੀ ਅਸੀਂ ਗੱਲ ਕਰ ਰਹੇ ਹਾਂ, ਕਿਸਾਨਾਂ ਦੀ ਆਮਦਨ ਵਧਾਉਣ ਦੀ ਗੱਲ ਉਸ ਵਿੱਚ ਕੀਤੀ ਜਾ ਰਹੀ ਹੈ ਤੇ ਸਵਾਮੀਨਾਥਨ ਜਿਹੜੀ ਕਮਿਸ਼ਨ ਦੀ ਰਿਪੋਰਟ ਹੈ ਉਸ ਮੁਤਾਬਕ ਹੀ ਜਿਹੜਾ ਹੈ ਇਹ ਬਿੱਲ ਬਣਾਏ ਗਏ ਨੇ। ਪਰ ਕਿਸਾਨ ਸਮਝਦਾਰ ਨੇ, ਉਹ ਜਾਣਦੇ ਨੇ ਕਿ ਇਹਨਾਂ ਬਿੱਲਾਂ ਦੇ ਵਿੱਚ ਕੀ ਹੈ। ਹੁਣ ਹਾਲ ਦੀ ਘੜੀ ਜਿਹੜਾ ਅਪਡੇਟ ਹੈ ਉਸ ਮੁਤਾਬਕ ਇਹ ਹੈ ਕਿ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਹੁਣ ਜਿਹੜਾ ਅੰਦੋਲਨ ਹੋਰ ਤੇਜ਼ ਕਰਨ ਦੀ ਗੱਲ ਕਿਸਾਨਾਂ ਵੱਲੋਂ ਕਹੀ ਗਈ ਹੈ। ਰੇਲਾਂ ਹੁਣ ਰੋਕੀਆਂ ਜਾਣਗੀਆਂ, ਚੱਕੇ ਜਾਮ ਕੀਤੇ ਜਾਣਗੇ ਤੇ ਦਿੱਲੀ ਤੇ ਜੈਪੁਰ ਹਾਈਵੇ ਜਿਹੜਾ ਉਹਨੂੰ ਬੰਦ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ। ਯਾਨੀ ਅੰਦੋਲਨ ਦੀ ਤਸਵੀਰ ਹੁਣ ਕੁਝ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਤਿੱਖੀ ਤੇ ਬਦਲਦੀ ਨਜ਼ਰ ਆਏਗੀ। ਅਜਿਹੇ ਦੇ ਵਿੱਚ ਨੌਜਵਾਨ ਜਿੰਨੇ ਵੀ ਜੁੜੇ ਹੋਏ ਨੇ ਉਹ ਡਟ ਕੇ ਇਸ ਅੰਦੋਲਨ ਦੇ ਵਿੱਚ ਜਿਹੜਾ ਪੂਰਾ ਸਾਥ ਦੇ ਰਹੇ ਨੇ ਅਤੇ ਹਰ ਤਰੀਕੇ ਨਾਲ ਜਿੰਨੀ ਬਣਦੀ ਕੋਸ਼ਿਸ਼ ਹੈ, ਕਿਉਂਕਿ ਜਦੋਂ ਇੰਟਰਵਿਊਜ਼ ਹੋ ਰਹੀਆਂ ਨੇ ਜਾਂ ਫਿਰ ਜਦੋਂ ਮੰਚ ਤੇ ਕੁਝ ਵੀ ਬੋਲਣ ਦੀ ਗੱਲ ਹੁੰਦੀ ਹੈ ਜਾਂ ਫਿਰ ਕਿਸਾਨ ਆਗੂਆਂ ਦੇ ਵਿੱਚ ਬੈਠ ਕੇ ਚੀਜ਼ਾਂ ਦੇ ਨੁਕਤੇ ਸਮਝਣ ਦੀ ਗੱਲ ਹੁੰਦੀ ਹੈ ਤਾਂ ਨੌਜਵਾਨ ਵਰਗ ਜਿਹੜਾ ਉਸ ਦੇ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾ ਰਿਹਾ। ਅਸੀਂ ਬਹੁਤ ਸਾਰੇ ਨੌਜਵਾਨਾਂ ਦੇ ਨਾਲ, ਬਹੁਤ ਸਾਰੇ ਕਲਾਕਾਰਾਂ ਦੇ ਨਾਲ ਲਗਾਤਾਰ ਮਾਰਨਿੰਗ ਸ਼ੋਅ ਦੇ ਵਿੱਚ ਜੁੜਦੇ ਵੀ ਰਹਿੰਦੇ ਹਾਂ, ਉਹਨਾਂ ਨਾਲ ਵੀ ਗੱਲ ਕਰਦੇ ਰਹਿੰਦੇ ਕਿ ਇਸ ਵੇਲੇ ਜਿਹੜਾ ਉਹ ਸੋਚ ਕੀ ਰਹੇ ਨੇ ਜਾਂ ਉਹ ਇਸ ਅੰਦੋਲਨ ਨੂੰ ਕਿਵੇਂ ਦੇਖ ਰਹੇ ਨੇ। ਅਜਿਹੇ ਇੱਕ ਨੌਜਵਾਨ ਜਿਹੜੇ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ, ਅਮੀਤ ਸਿੰਘ, ਅਸੀਂ ਕਹਿ ਸਕਦੇ ਹਾਂ ਅਮੀਤ ਸਿੰਘ ਖੁੱਡੀਆ ਜੀ, ਔਰ ਉਰਫ ਟੀਮਾ ਦੇ ਨਾਮ ਨਾਲ ਵੀ ਉਹਨਾਂ ਨੂੰ ਜਾਣਿਆ ਜਾਂਦਾ। ਇਹਨਾਂ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਉੱਭਰਦੀ ਤਸਵੀਰ ਉਹਨਾਂ ਦੀ ਦੇਖਣ ਨੂੰ ਮਿਲ ਰਹੀ ਹੈ ਔਰ ਸਟੂਡੈਂਟ ਦੇ ਵਿੱਚ ਕਾਫੀ ਜ਼ਿਆਦਾ ਉਹ ਪੋਪੂਲਰ ਨੇ ਕਿਉਂਕਿ ਸਟੂਡੈਂਟ ਲੀਡਰ ਨੇ। ਦਿੱਲੀ ਯੂਨੀਵਰਸਿਟੀ ਦੇ ਵਿੱਚ ਵੀ ਕਾਫੀ ਜ਼ਿਆਦਾ ਉਹਨਾਂ ਦੇ ਕੰਮਾਂ ਦੀ ਚਰਚਾ ਜਿਹੜੀ ਹੈ ਹੁੰਦੀ ਰਹਿੰਦੀ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਅਮੀਤ ਖੁੱਡੀਆ ਉਰਫ ਟੀਮਾ ਕਰਦੇ ਰਹਿੰਦੇ ਨੇ। ਸਾਡੇ ਨਾਲ ਵੀ ਇਸ ਵੇਲੇ ਜੁੜੇ ਹੋਏ ਨੇ ਅਮੀਤ ਖੁੱਡੀਆ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸ਼ੈਰੀ ਜੀ, ਤੇ ਤੁਹਾਡੇ ਚੈਨਲ ਦੇ ਸਾਰੇ ਸਰੋਤਿਆਂ ਨੂੰ ਵੀ ਫਤਿਹ ਬੁਲਾਉਣਾ ਜੀ, ਤੇ ਤੁਹਾਡਾ ਬਹੁਤ ਧੰਨਵਾਦ ਵੀ ਤੁਸੀਂ ਮੈਨੂੰ ਇਸ ਮੰਚ ਤੇ ਆਪਣੇ ਵਿਚਾਰ ਰੱਖਣ ਲਈ ਮੌਕਾ ਦਿੱਤਾ ਜੀ। ਅਮੀਤ, ਸਭ ਤੋਂ ਪਹਿਲਾਂ ਤਾਂ ਇਹੀ ਅਸੀਂ ਕਹਿਣਾ ਚਾਹਾਂਗੇ ਕਿ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਤੁਹਾਨੂੰ ਅਮੀਤ ਖੁੱਡੀਆ ਕਹਿ ਕੇ ਅਸੀਂ ਗੱਲ ਕਰੀਏ ਜਾਂ ਫਿਰ ਇੱਕ ਹੋਰ ਤੁਹਾਡਾ ਨਾਮ ਬਹੁਤ ਚਰਚਾ ਦੇ ਵਿੱਚ ਹੈ ਟੀਮਾ, ਕੀ ਕਹਿ ਕੇ ਅਸੀਂ ਗੱਲ ਕਰੀਏ? ਲੋਕ ਕਿਸ ਤਰੀਕੇ ਨਾਲ ਤੁਹਾਨੂੰ ਜ਼ਿਆਦਾ ਜਾਣਦੇ ਨੇ? ਤੁਸੀਂ ਅਮੀਤ ਖੁੱਡੀਆਂ ਤੋਂ ਵੀ ਕਰ ਸਕਦੇ ਹੋ ਜੀ, ਕਿਉਂਕਿ ਪਰਿਵਾਰਕ ਬੈਕਗ੍ਰਾਉਂਡ ਲੋਕਾਂ ਦੀ ਲੜਾਈ ਨਾਲ ਜੁੜਿਆ ਹੋਇਆ ਹੈ। ਲੋਕਾਂ ਦਾ ਸੰਘਰਸ਼ ਸ਼ੁਰੂ ਤੋਂ ਪਰਿਵਾਰ ਲੜਦਾ ਹੈ ਤੇ ਟੀਮਾ ਇੱਕ ਮੇਰੀ ਆਪਦੀ ਆਇਡੈਂਟੀਟੀ ਹੈ ਜੀ। ਜਿੱਥੋਂ ਮੈਂ ਆਪਣਾ ਸਕੂਲਿੰਗ ਤੋਂ ਬਾਅਦ ਮੈਂ ਕਾਲਜ ਪੋਲਿਟਿਕਸ ਲਾ ਲਓ ਜਾਂ ਸਟੂਡੈਂਟ ਐਕਟਿਵਿਜ਼ਮ ਸ਼ੁਰੂ ਕੀਤਾ ਦਿੱਲੀ ਯੂਨੀਵਰਸਿਟੀ ਦੇ ਵਿੱਚ ਜਾ ਕੇ, ਤੇ ਮੈਨੂੰ ਇਸ ਨਾਮ ਨਾਲ ਹੀ ਜਾਣਿਆ ਜਾਂਦਾ ਸੀ ਜੀ। ਤੇ ਆਈ ਵਾਸ ਦਾ ਫਸਟ guy in the history of Delhi University to contest student union elections from ਪੰਜਾਬ ਤੋਂ ਜਾ ਕੇ ਉੱਥੇ ਕਿਤੇ ਕੋਈ ਡਾਇਰੈਕਟ ਇਲੈਕਸ਼ਨਸ ਨਹੀਂ ਲੜਿਆ ਸੀ ਜੀ। ਤੇ ਬਸ ਉਦੋਂ ਫਿਰ ਇਸ ਨਾਮ ਦੇ ਨਾਲ ਹੀ ਹੌਲੀ ਹੌਲੀ ਅੱਗੇ ਵਧਦੇ ਗਏ ਜੀ। ਜਿਵੇਂ ਵੀ ਤੁਹਾਨੂੰ ਸੌਖਾ ਲੱਗਿਆ ਤੁਸੀਂ ਉਵੇਂ ਕਰ ਸਕਦੇ ਜੀ। ਬਿਲਕੁਲ। ਸੋ ਸ਼ੁਰੂ ਕਰਦੇ ਹਾਂ ਅਮੀਤ ਜੀ। ਸਭ ਤੋਂ ਪਹਿਲਾਂ ਤਾਂ ਨਰਿੰਦਰ ਤੋਮਰ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਬਾਰੇ ਸਾਰਿਆਂ ਨੂੰ ਜਾਣਕਾਰੀ ਮਿਲ ਚੁੱਕੀ ਹੈ। ਸਰਕਾਰ ਅਜੇ ਵੀ ਹੈ ਕਿਸਾਨ ਅੰਦੋਲਨ ਦੇ ਆਕਾਰ ਨੂੰ ਸਮਝ ਨਹੀਂ ਪਾ ਰਹੀ। ਕਿੱਥੇ ਅੜੀ ਹੋਈ ਹੈ ਸਰਕਾਰ? ਕਿਉਂ ਸਰਕਾਰ ਨੂੰ ਸਮਝ ਨਹੀਂ ਆ ਰਹੀ ਕਿ ਅੰਦੋਲਨ ਦੀ ਤਸਵੀਰ ਕੀ ਹੈ? ਕਿੱਥੇ ਇਸ ਵੇਲੇ ਜਿਹੜੀ ਹੈ ਸੂਈ ਸਰਕਾਰ ਦੀ ਟਿਕੀ ਹੋਈ ਹੈ ਤੇ ਅੱਗੇ ਅਸੀਂ ਕੀ ਦੇਖ ਸਕਦੇ ਹਾਂ ਇਸ ਅੰਦੋਲਨ ਦਾ ਭਵਿੱਖ? ਐਕਚੁਅਲੀ ਜੀ ਇਹਦਾ ਜੇ ਤੁਸੀਂ ਸਰਕਾਰ ਦੀ ਗੱਲ ਸ਼ੁਰੂ ਚ ਛੇੜੀ ਹੈ ਤਾਂ ਤੁਸੀਂ ਪਾਸਟ ਜਾਓਗੇ ਤਾਂ ਉਹਨਾਂ ਨੇ 2-3 ਵੱਡੇ ਫੈਸਲੇ ਕੀਤੇ ਆ ਜੀ, ਜਿਹਦੇ ਵਿੱਚ ਡੀਮੋਨੇਟਾਈਜੇਸ਼ਨ, ਆਪਾਂ ਨੋਟਬੰਦੀ ਨੂੰ ਕਹਿ ਲਈਏ ਜੀ, 370 ਧਾਰਾ, CA NRC ਦੇ ਕਾਨੂੰਨ,
ਇਹਨਾਂ ਚੀਜ਼ਾਂ ਦੇ ਵਿੱਚੋਂ ਕਦੇ ਪਿੱਛੇ ਨਹੀਂ ਹਟੇ। ਜੇ ਆਪਾਂ ਇੱਕ ਆਪਦੀ ਕਿਸਾਨੀ ਤੋਂ ਜਾਂ ਪੰਜਾਬੀਅਤ ਤੋਂ ਪਾਸੇ ਹਟ ਕੇ ਦੇਖੀਏ ਤਾਂ 370 ਦਾ ਮੁੱਦਾ, ਚਾਹੇ ਉਹ ਇੱਕ ਸਟੇਟ ਨਾਲ ਲਿੰਕਡ ਮੁੱਦਾ ਸੀ, ਕਿਸਾਨੀ ਦਾ ਮੁੱਦਾ ਬਹੁਤ ਵੱਡਾ ਭਾਰਤ 'ਚ। ਤੁਸੀਂ ਦੇਖੋ ਵੀ ਉਹ ਸਟੇਟ 'ਚ ਜਿਹੜੀ ਬਹੁਤ ਤਾਕਤ ਹੈ ਉਹ ਮਾਈਨੋਰਿਟੀ ਦੀ ਇਸਲਾਮਿਕ ਹੈ, ਤੇ ਵਰਲਡ ਦੇ ਵਿੱਚ ਤੁਹਾਨੂੰ ਪਤਾ ਸਟੇਟਸ ਕਿੰਨੀਆਂ ਹਨਾ, ਉਧਰੋਂ ਵੀ ਇਮੋਸ਼ਨਲ ਬੈਕਅਪ ਵੀ ਮਿਲ ਰਿਹਾ ਸੀ, ਪ੍ਰੋਫੈਸ਼ਨਲ ਬੈਕਅਪ ਵੀ ਮਿਲ ਰਿਹਾ ਸੀ, ਪਰ ਫਿਰ ਵੀ ਇਹ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਪਰ ਲੋਕਲ ਜਿਹੜਾ ਇੱਥੋਂ ਇੱਕ ਜਨਰੇਟ ਹੋਈ ਆ ਪਾਵਰ ਕਿਸਾਨਾਂ ਤੇ ਮਜ਼ਦੂਰਾਂ ਨੇ ਮਿਲ ਕੇ ਕੀਤੀ ਹੈ, ਉਹਨੇ ਇੱਕ ਵਾਰ ਬੀਜੇਪੀ ਨੂੰ ਝੁਕਣ ਲਈ ਮਜਬੂਰ ਕਰਤਾ। ਪਰ ਇਹ ਆਪਦੇ ਪਾਸਟ ਟਰੈਕ ਰਿਕਾਰਡ ਨੂੰ ਦੇਖਦੇ ਹੋਏ ਇਹ ਬਿੱਲਾਂ ਨੂੰ ਰੱਦ ਨਹੀਂ ਕਰਨਾ ਚਾਹੁੰਦੇ। ਮੈਂ ਰੈਗੂਲਰ 12-13 ਦਿਨ ਤੋਂ ਉੱਥੇ ਆ ਜੀ, ਉਦੋਂ ਪਹਿਲਾਂ ਵੀ 2-2.5 ਮਹੀਨਿਆਂ ਤੋਂ ਸੰਘਰਸ਼ 'ਚ ਜੁੜਿਆ ਹੋਇਆ। ਇੱਕ ਦਿੱਲੀ ਯੂਨੀਵਰਸਿਟੀ 'ਚ ਪਹਿਲਾਂ ਪੜ੍ਹਨ ਕਰਕੇ ਬੈਠਣਾ ਉੱਠਣਾ ਹਰੇਕ ਵਿਚਾਰਧਾਰਾ ਦੇ ਲੋਕਾਂ ਨਾਲ ਆਪਣਾ ਰਿਹਾ ਹਨਾ, ਜੋ ਚਾਹੇ ਕਿਸੇ ਵੀ ਪਾਰਟੀ 'ਚ ਹੋਣ, ਕੋਈ ਅੱਜ ਸੰਘ 'ਚ ਕੰਮ ਕਰ ਰਿਹਾ, ਕੋਈ ABVP 'ਚ, ਕੋਈ ਕਾਂਗਰਸ 'ਚ, ਕੋਈ ਕਾਮਰੇਡਾਂ 'ਚ, ਤਾਂ ਉੱਥੋਂ ਵੀ ਥੋੜੀਆਂ ਬਹੁਤ ਖਬਰਾਂ ਮਿਲਦੀਆਂ ਰਹਿੰਦੀਆਂ। ਉਹ ਕਹਿੰਦੇ ਆ ਵੀ ਜੇ ਤੁਹਾਨੂੰ ਮੈਂ ਬਿਲਕੁਲ ਦੇਸੀ ਉਦਾਹਰਨ 'ਚ ਸਮਝਾਵਾਂ ਵੀ ਹੁਣ ਤਾਂ ਸਰਕਾਰ ਇਹ ਕਹਿ ਰਹੀ ਹੈ ਵੀ ਮਠਿਆਈ ਦਾ ਡੱਬਾ ਉਹੀ ਰਹੂਗਾ, ਵਿੱਚ ਚਾਹੇ ਸਾਰੀ ਮਠਿਆਈ ਬਦਲ ਦਿਓ। ਉਹ ਇਹਦੇ ਵਿੱਚ ਬਹੁਤ ਜ਼ਿਆਦਾ ਸੋਧਾਂ ਕਰਨ ਨੂੰ ਤਿਆਰ ਹੋ ਚੁੱਕੇ ਆ, ਪਰ ਉਹ ਬਿੱਲਾਂ ਨੂੰ ਰੱਦ ਕਰਨ ਨੂੰ ਤਿਆਰ ਨਹੀਂ ਗੇ, ਸਿਰਫ ਆਪਦੀ ਇੱਕ ਆਕੜ ਨੂੰ, ਇੱਕ ਆਪਦੀ ਹਉਮੈ ਨੂੰ ਬਚਾਉਣ ਲਈ। ਨਹੀਂ ਤਾਂ ਤੁਸੀਂ ਇੱਕ ਚੀਜ਼ ਦੇਖੋ ਜੀ, ਤੁਹਾਡੀ ਮੀਡੀਆ ਲਾਈਨ ਹੈ, ਮੈਂ ਤੁਹਾਨੂੰ ਤੁਹਾਡੀ ਉਦਾਹਰਨ ਦਿੰਦਾ ਵੀ ਤੁਸੀਂ ਕੋਈ ਵੀ ਨਿਊਜ਼ ਆਪਦੇ ਚੀਫ ਐਡੀਟਰ ਕੋਲ ਜਾਂ ਉੱਪਰ ਰੱਖੋ ਹਨਾ, ਤੇ ਉਹ ਤੁਹਾਡੀ ਨਿਊਜ਼ ਦੇ ਵਿੱਚ 10 ਕਮੀਆਂ ਕੱਢਦੇ ਤਾਂ ਉਹ ਨਿਊਜ਼ ਹੀ ਨਹੀਂ ਜੀ। ਜੇ ਤੁਸੀਂ 3 ਬਿੱਲਾਂ ਦੇ ਵਿੱਚ 12 ਤੋਂ 15 ਸੋਧਾਂ ਕਰਨੀਆਂ ਚਾਹ ਰਹੇ ਹੋ ਤਾਂ ਇਹਦਾ ਮਤਲਬ ਤੁਸੀਂ ਸਮਝ ਸਕਦੇ ਹੋ ਵੀ ਤੁਹਾਡੇ ਬਿੱਲ ਕਿੰਨੇ ਨਕਲੀ ਤੌਰ ਤੇ ਤਿਆਰ ਕੀਤੇ ਗਏ ਆ। ਨਕਲੀ ਸ਼ਬਦ ਹੀ ਮੈਂ ਉਹਨੂੰ ਯੂਜ਼ ਕਰੂੰਗਾ ਸਿਰਫ ਕੁਝ ਕਾਰਪੋਰੇਟ ਘਰਾਣਿਆਂ ਨੂੰ ਪੁੱਛ ਕੇ, ਤੇ ਬਸ ਉਹੀ ਚੀਜ਼ ਨੂੰ ਬਚਾਉਣ ਲਈ ਬਾਰ-ਬਾਰ ਡਿਫੈਂਡ ਕਰ ਰਹੇ ਆ। ਨਹੀਂ ਤਾਂ ਇੰਨੀਆਂ ਜ਼ਿਆਦਾ ਸੋਧਾਂ ਕਰ ਰਹੇ ਆ, ਇਹਦੇ ਨਾਲ ਤਾਂ ਬਿੱਲ ਹੀ ਰੱਦ ਕਰ ਦੇਣਗੇ। ਨਰਿੰਦਰ ਤੋਮਰ ਬਾਰ-ਬਾਰ ਇਸੇ ਗੱਲ ਤੇ ਜ਼ੋਰ ਦੇ ਰਹੇ ਨੇ, ਕਹਿੰਦੇ ਆਹ ਨੁਕਤਿਆਂ ਦੇ ਉੱਤੇ ਅਸੀਂ ਸੁਧਾਰ ਕਰਨ ਦੇ ਲਈ ਤਿਆਰ ਹਾਂ, ਜਦਕਿ ਤਸਵੀਰ ਅਸੀਂ ਸਾਰੇ ਜਾਣਦੇ ਹਾਂ ਕੀ ਹੈ। ਉਹ ਇਹ ਵੀ ਕਹਿ ਰਹੇ ਨੇ ਕਿ ਦੇਸ਼ ਭਰ ਦੇ ਵਿੱਚ ਤਾਂ ਬਿੱਲਾਂ ਦਾ ਸਵਾਗਤ ਹੋ ਰਿਹਾ, ਜਦਕਿ ਅਸੀਂ ਸਾਰੇ ਜਾਣਦੇ ਹਾਂ ਕਿ RSS ਵਿੰਗ ਜਿਹੜੀ ਹੈ, RSS ਸੰਘ ਹੈ, ਉਸਦਾ ਖੁਦ ਦਾ ਕਿਸਾਨ ਵਿੰਗ ਜਿਹੜਾ ਉਹਨਾਂ ਦਾ ਇਹ ਕਹਿਣਾ ਹੈ ਕਿ ਬਿੱਲ ਠੀਕ ਨਹੀਂ ਹੈ, ਰੱਦ ਹੋਣੇ ਚਾਹੀਦੇ ਨੇ। ਫਿਰ ਤੋਮਰ ਦਾ ਕਹਿਣ ਦਾ ਕੀ ਮਤਲਬ ਹੈ? ਨਹੀਂ, ਤੋਮਰ ਤਾਂ ਜੀ ਤੁਸੀਂ ਕਾਫੀ ਟਾਈਮ ਤੋਂ ਜਰਨਲਿਜ਼ਮ ਚੋਂ, ਤੁਸੀਂ ਇਹੋ ਜਿਹੇ ਫੈਸਲੇ ਨਹੀਂ ਸ਼ਾਇਦ ਕਿਤੇ ਦੇਖੇ ਹੋਣਗੇ ਵੀ ਗੱਲ ਕਿਸਾਨ ਯੂਨੀਅਨ ਖੇਤੀਬਾੜੀ ਦੀ ਕਰਨ ਜਾਂਦੀਆਂ ਤੇ ਸਾਹਮਣੇ ਬੈਠਣਾ ਪੈਂਦਾ ਜੀ ਅਮਿਤ ਸ਼ਾਹ ਨਾਲ। ਇਹ ਮੈਨੂੰ ਲੱਗਦਾ ਇਹ ਇੱਕ ਹਾਸੋਹੀਣੀ ਗੱਲ ਹੈ, ਤੁਸੀਂ ਪੂਰੇ ਵਰਲਡ 'ਚ ਹੀ ਦੇਖੋਗੇ। ਮੈਨੂੰ ਨਹੀਂ ਲੱਗਦਾ ਜੀ ਖੇਤੀਬਾੜੀ ਦੇ ਫੈਸਲੇ ਹੋਮ ਮਿਨਿਸਟਰ ਲੈਂਦਾ ਹੋਊਗਾ, ਪਰ ਨਰਿੰਦਰ ਤੋਮਰ ਇਹ ਤਾਂ ਪਪੇਟ ਨੇ ਜੀ ਸਰਕਾਰ ਦੇ, ਇੱਥੇ ਸਭ ਨੂੰ ਹੀ ਪਤਾ ਇੰਡੀਆ 'ਚ ਹਨਾ, ਤੇ ਕਾਰਪੋਰੇਟ ਘਰਾਣੇ ਬੀਜੇਪੀ ਨੂੰ ਰਨ ਕਰ ਰਹੇ ਆ। ਜਿਹੜਾ RSS ਦਾ ਕਿਸਾਨ ਵਿੰਗ ਹੈ ਉਹ ਮਈ ਜੂਨ ਜੁਲਾਈ 'ਚ ਜ਼ਰੂਰ ਖਿਲਾਫ ਸੀ ਜੀ, ਉਸ ਤੋਂ ਬਾਅਦ ਕਦੇ ਉਹਨਾਂ ਦਾ ਕੋਈ ਜ਼ਿਆਦਾ ਬਿਆਨ ਦੇਖਣ ਨੂੰ ਨਹੀਂ ਮਿਲਿਆ। ਪਤਾ ਨਹੀਂ ਸਰਕਾਰ ਨੇ ਉਹਨਾਂ ਨੂੰ ਕੀ ਮਿੱਠੀ ਗੋਲੀ ਦਿੱਤੀ ਹੈ, ਜਾਂ ਕੋਈ ਜਿਹੜਾ ਦੇਸ਼ ਪ੍ਰਤੀ ਹੋਰ RSS ਦਾ ਏਜੰਡਾ, ਸ਼ਾਇਦ ਸਰਕਾਰ ਨੇ ਕਹਿਤਾ ਹੋਵੇ ਅਸੀਂ ਤੁਹਾਨੂੰ ਇਹ ਪੂਰਾ ਕਰਕੇ ਦੇਵਾਂਗੇ ਜੀ, ਤਾਂ ਉਹ ਉਹਨਾਂ ਦੀ ਕੋਈ ਸੈਟਲਮੈਂਟ ਹੋ ਗਈ। ਪਿਛਲੇ 2-2.5 ਮਹੀਨਿਆਂ ਤੋਂ ਉਸ ਵਿੰਗ ਦਾ ਵੀ ਨਹੀਂ ਕੋਈ ਬਿਆਨ ਆਇਆ। ਪਰ ਨਰਿੰਦਰ ਤੋਮਰ ਵੀ ਚਲੋ ਖੇਤੀਬਾੜੀ ਮੰਤਰੀ ਹੈ ਤਾਂ ਜਥੇਬੰਦੀਆਂ ਨੂੰ ਸੀਰੀਅਸ ਲੈਣਾ ਪੈਂਦਾ, ਨਹੀਂ ਤਾਂ ਇੱਥੇ ਸਭ ਨੂੰ ਹੀ ਪਤਾ ਵੀ ਜੇ ਅਮਿਤ ਸ਼ਾਹ ਕਨਵਿੰਸ ਹੋਊਗਾ ਤੇ ਜਾਂ ਨਰਿੰਦਰ ਮੋਦੀ, ਫੇਰ ਹੀ ਇਹਦਾ ਕੋਈ ਹੱਲ ਨਿਕਲਣਾ ਜੀ। ਬਿਲਕੁਲ, ਉਹ ਤਾਂ ਜਦੋਂ ਉਹਨਾਂ ਦੋਵਾਂ ਨੇ ਬਾਈਪਾਸ ਹੋਣਾ ਹੁੰਦਾ ਹੈ ਜੀ। ਬਿਲਕੁਲ ਅਮਿਤ, ਤੁਸੀਂ ਖੁਦ ਵੀ ਜਿਵੇਂ ਦੱਸਿਆ ਕਿ ਦਿੱਲੀ ਯੂਨੀਵਰਸਿਟੀ ਦੇ ਵਿੱਚ ਵੀ ਤੁਸੀਂ ਵਿਦਿਆਰਥੀ ਲੀਡਰ ਦੇ ਤੌਰ ਤੇ ਅਸੀਂ ਤੁਹਾਨੂੰ ਇਸ ਵੇਲੇ ਦੇਖ ਰਹੇ ਹਾਂ, ਔਰ ਤੁਸੀਂ ਹਰ ਮੁੱਦੇ ਦੇ ਉੱਤੇ ਵੱਧ ਚੜ ਕੇ ਜਿਹੜੀ ਆਪਣੀ ਗੱਲਬਾਤ ਵੀ ਰੱਖਦੇ ਹੋ। ਜਿਹੜਾ ਬੰਦਾ ਵੀ ਜਾਂ ਜਿਹੜਾ ਸਟੂਡੈਂਟ ਅਸੀਂ ਕਹਿ ਸਕਦੇ ਹਾਂ ਕਿ ਦਿੱਲੀ ਯੂਨੀਵਰਸਿਟੀ ਦੇ ਵਿੱਚ ਪੜ੍ਹ ਲੈਂਦਾ, ਤੁਸੀਂ ਤਾਂ ਫਿਰ ਪੰਜਾਬ ਤੋਂ ਦਿੱਲੀ ਯੂਨੀਵਰਸਿਟੀ ਦੇ ਵਿੱਚ ਜਾ ਕੇ ਇਲੈਕਸ਼ਨ ਵੀ ਲੜੇ ਨੇ ਔਰ ਉੱਥੇ ਕਾਬਜ਼ ਵੀ ਰਹੇ ਹੋ। RSS ਦੇ ਜਿਹੜੇ ਕਹਿੰਦੇ ਨੇ ਨਾ ਰੋਲ ਨੂੰ, ਉਹ ਵਿਦਿਆਰਥੀ ਬਹੁਤ ਤਰੀਕੇ ਨਾਲ ਸਮਝ ਸਕਦੇ ਨੇ। ਅਮਿਤ ਖੁੱਡੀਆ RSS ਦੇ ਰੋਲ ਨੂੰ ਇੱਥੇ ਕਿਵੇਂ ਵੇਖਦਾ ਹੈ? RSS ਦੇ ਰੋਲ ਨੂੰ ਜੀ ਜਿੰਨੀ ਬਿੱਲ ਹੈ ਇਹਦੇ 'ਚ ਮੈਂ ਕੋਈ ਜ਼ਿਆਦਾ ਡੀਪ ਜਾ ਕੇ ਨਹੀਂ ਦੇਖਦਾ, ਕਿਉਂਕਿ ਇਹਨਾਂ ਦੇ ਪਿੱਛੇ ਤਾਂ ਮੈਂ ਕਾਰਪੋਰੇਟ ਘਰਾਣਿਆਂ ਦਾ ਹੱਥ ਹੀ ਦੇਖ ਰਿਹਾ। ਵੈਸੇ ਜਿਹੜੀ RSS ਦੀ ਬੀਜੇਪੀ ਨੂੰ ਚਲਾਉਣ ਦੀ ਇੱਕ ਪਾਵਰ ਹੈ ਜੀ, ਉਹ ਬਹੁਤ ਡੀਪ ਹੈ। ਉਹਨੂੰ ਸਮਝ ਕੇ ਹੀ ਇਹਨਾਂ ਦਾ ਮੁਕਾਬਲਾ ਕੀਤਾ ਜਾ ਸਕਦਾ। ਅੱਜ ਜੇ ਕਿਸਾਨ ਅੰਦੋਲਨ ਇੱਥੋਂ ਤੱਕ ਪਹੁੰਚਿਆ ਤਾਂ ਉਹਦੇ 'ਚ ਸਭ ਤੋਂ ਵੱਡੀ ਗੱਲ ਹੈ ਅੰਦੋਲਨ ਆਰਗੇਨਾਈਜ਼ਡ ਹੈ ਬਹੁਤ ਟਾਈਮ ਬਾਅਦ। ਤੇ ਇਹ ਮੈਂ ਗੱਲ ਕੰਦੇ ਉਦਾਹਰਨ ਤੋਂ ਕਿਉਂ ਦੇ ਰਿਹਾ ਜੀ, RSS ਦਾ ਹਰ ਕੰਮ ਇਸ ਤਰ੍ਹਾਂ ਨਾਲ ਆਰਗੇਨਾਈਜ਼ਡ ਹੁੰਦਾ ਹੈ। ਅੱਜ ਆਪਾਂ ਤੀਜੇ ਮਹੀਨੇ ਆ ਕੇ ਦਿੱਲੀ ਬੈਠੇ ਆ, ਮੈਨੂੰ ਲੱਗਦਾ ਜੀ ਆਪਾਂ ਸਤੰਬਰ 'ਚ ਦਿੱਲੀ ਆ ਜਾਂਦੇ ਤਾਂ ਆਪਾਂ ਕ੍ਰੈਸ਼ ਕਰ ਜਾਂਦੇ। ਇਹ ਸੌਖੀਆਂ ਉਦਾਹਰਨਾਂ ਤਾਂ ਕਿ ਤੁਹਾਡੇ ਸਰੋਤੇ ਸੌਖਾ ਸਮਝ ਸਕਣ। ਸੇਮ ਪਾਲਿਸੀ ਉਹਨਾਂ ਦੀ ਹੈ ਜੀ, ਉਹ ਇੱਕ ਟੀਚਾ ਉਹਨੂੰ ਮਹੀਨਿਆਂ 'ਚ ਜਾਂ ਸਾਲਾਂ 'ਚ ਵੀ ਕਵਰ ਕਰਨ ਦਾ ਦਮ ਵੀ ਰੱਖਦੇ ਤੇ ਪੇਸ਼ੈਂਸ ਵੀ ਰੱਖਦੇ ਆ। ਇੱਥੇ ਉਹਨਾਂ ਨੂੰ ਮੈਂ ਇੱਕ ਤਾਰੀਫ ਵਾਲੇ ਪਾਸੇ ਜਾ ਕੇ ਤਾਂ ਬੋਲ ਰਿਹਾ ਕਿਉਂਕਿ ਕੁਝ ਵੀ ਤੁਸੀਂ ਆਪਦੀ ਸੋਚ ਦੀ ਲੜਾਈ ਲੜਨੀ ਹੈ, ਕੁਝ ਵੀ ਤੁਸੀਂ ਅੱਗੇ ਵਧਣਾ, ਤਾਂ ਤੁਹਾਨੂੰ
ਆਪਦੇ ਕੰਪੀਟੀਟਰ ਨੂੰ, ਆਪਦੇ ਸਾਹਮਣੇ ਵਾਲੇ ਨੂੰ ਜਾਣਨਾ ਪੈਣਾ, ਸਮਝਣਾ ਪੈਣਾ ਉਹ ਕਿਹੜੇ ਹੱਥਕੰਡੇ ਅਪਣਾ ਰਿਹਾ, ਉਹ ਕਿਸ ਤਰੀਕੇ ਨਾਲ ਸੋਚਦਾ ਹੈ, ਤੁਹਾਨੂੰ ਵੀ ਉਸ ਪਾਸੇ ਸੋਚਣਾ ਪੈਣਾ। ਤਾਂ ਆਰਐਸਐਸ ਪਰ ਜਿਹੜੇ ਇਹ ਕਿਸਾਨੀ ਬਿੱਲਾਂ ਦਾ ਮੁੱਦਾ ਜੀ, ਇਹਦੇ ਚ ਟੋਟਲੀ ਕਾਰਪੋਰੇਟ ਘਰਾਣਿਆਂ ਨੇ, ਕਿਉਂਕਿ ਅਗਲੇ ਇਲੈਕਸ਼ਨ ਵੀ ਚਲੋ ਪਏ ਆ ਜੀ, ਪਰ ਦੁਬਾਰੇ ਰਿਪੀਟ ਕਰਦਾ ਉਹ ਸਾਰਾ ਕਿਵੇਂ, ਦੇਖੋ ਮੈਂ ਬਹੁਤ ਓਪਨਲੀ ਬੋਲ ਰਿਹਾ, ਕਿਵੇਂ ਰਾਇਟਸ ਵਗੈਰਾ ਜਨਰੇਟ ਕਰਨੇ ਨੇ ਹਨਾ ਆਉਣ ਵਾਲੇ ਟਾਈਮ 'ਚ, ਕਿਵੇਂ ਕਮਿਊਨਿਟੀਜ਼ 'ਚ ਫਰਕ ਪਾਉਣਾ ਹੈ, ਕਿਵੇਂ ਵੱਡੀਆਂ ਚੀਜ਼ਾਂ ਉੱਪਰ ਥੱਲੇ ਕਰਨੀਆਂ, ਇਹ ਸਾਰਾ ਗੇਮ ਕਾਰਪੋਰੇਟ ਸੈਕਟਰਸ ਤੋਂ ਹੀ ਘੁੰਮਦੀ ਹੈ। ਤਾਂ ਮੈਨੂੰ ਲੱਗਦਾ ਵੀ ਸਰਕਾਰ ਉਹਨਾਂ ਨੂੰ ਸਰੈਂਡਰ ਕਰ ਚੁੱਕੀ ਹੈ ਜੀ। ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਸਵਾਮੀਨਾਥਨ ਰਿਪੋਰਟ ਦੇ ਮੁਤਾਬਕ ਹੀ ਹੈ ਜਿਹੜਾ ਅਸੀਂ ਕੰਮ ਕਰ ਰਹੇ ਹਾਂ, ਔਰ ਉਹ ਇਹ ਵੀ ਦਾਅਵਾ ਕਰ ਰਹੇ ਨੇ ਕਿ ਅਸੀਂ ਤਾਂ ਕਿਸਾਨਾਂ ਦੀ ਆਮਦਨ ਜਿਹੜੀ ਆ ਵਧਾ ਦਿੱਤੀ ਹੈ। ਕੀ ਕਹਿਣਾ ਚਾਹੋਗੇ ਇਸ ਤੇ? ਇਸ ਤੇ ਵੀ ਜੀ ਸਭ ਤੋਂ ਪਹਿਲਾਂ ਮੈਂ ਇਹੀ ਕਹਿਣਾ ਚਾਹੂੰਗਾ ਕਿ ਨੋਟਬੰਦੀ ਕੀਤੀ, ਇਹਨਾਂ ਦਾ ਇਹ ਵੀ ਇਹਦੇ ਬੜੇ ਫਾਇਦੇ ਹੌਲੀ ਹੌਲੀ ਸਮਝ ਆਉਣਗੇ। ਫਿਰ ਇਹਨਾਂ ਨੇ 370 ਧਾਰਾ ਵਾਲਾ ਕੀਤਾ ਜੀ, ਇਹਨਾਂ ਨੇ ਕਿਹਾ ਵੀ ਇਹਦੇ ਬੜੇ ਫਾਇਦੇ ਆ, ਜੰਮੂ ਕਸ਼ਮੀਰ ਨੂੰ ਹੌਲੀ ਹੌਲੀ ਸਮਝ ਆਊ। ਸੇਮ ਇਹਨਾਂ ਨੇ ਆਪਣਾ ਸੀਏ ਟਾਈਮ ਕੀਤਾ। ਮੇਰਾ ਸਵਾਲ ਸਟੇਜ ਤੋਂ ਵੀ ਰਹਿੰਦਾ ਤੇ ਆਮ ਲੋਕਾਂ ਦਾ ਵੀ ਰਹਿੰਦਾ ਵੀ ਜਾਂ ਤਾਂ ਤੁਸੀਂ ਕਿਸੇ ਹੋਰ ਗ੍ਰਹਿ ਤੋਂ ਆਏ ਆ ਜਿਹੜੀ ਇਹ ਸਰਕਾਰ ਹੈ, ਜਾਂ ਅਸੀਂ ਕਿਸੇ ਹੋਰ ਗ੍ਰਹਿ ਤੋਂ ਆਏ ਆ। ਤੁਸੀਂ ਹਰ ਚੀਜ਼ ਨੂੰ ਦੇਸ਼ 'ਚ ਇਸ ਤਰ੍ਹਾਂ ਨਾਲ ਇੰਪਲੀਮੈਂਟ ਕੀਤਾ ਵੀ ਇਹਦੇ ਬੜੇ ਫਾਇਦੇ ਤੁਹਾਨੂੰ ਸਮਝ ਨਹੀਂ ਆ ਰਹੇ। ਸਾਨੂੰ ਤਾਂ ਅੱਜ ਤਾਈਂ ਸਮਝ ਨਹੀਂ ਆਈ ਜੀ, 3-3 ਸਾਲ ਹੋ ਗਏ, ਪਰ ਉਹਦਾ ਫਾਇਦਾ ਵੀ ਕੋਈ ਨਹੀਂ ਹੋਇਆ। ਸੇਮ ਚੀਜ਼ ਇੱਥੇ ਹੈ ਜੀ, ਅੱਜ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਸੜਕਾਂ ਤੇ ਹੈ। ਇਹ ਤਾਂ ਹੁਣ ਸਰਕਾਰ ਨੂੰ ਸੋਚਣਾ ਪਊਗਾ ਨਾ ਵੀ ਤੁਹਾਡੇ 2-4 ਆਈਐਸ ਇੰਨੇ ਕਿੰਨੇ ਕਿਸੇ, ਜਿਹੜਾ ਬੰਦਾ ਪ੍ਰੈਕਟੀਕਲ ਮਿਹਨਤ ਕਰਦਾ ਜਿਹਦੇ ਆਪਦੇ ਖੇਤ ਆ, ਉਹਨੂੰ ਤੁਹਾਡੇ ਫਾਇਦੇ ਨਹੀਂ ਸਮਝ ਆ ਰਹੇ। ਜੇ ਤੁਸੀਂ 2% ਵਿੰਡੋ ਰੱਖਣੀ ਹੈ ਵੀ ਤੁਸੀਂ ਸਾਡੇ ਇਹ ਬਿੱਲ ਲੈ ਕੇ ਆਏ ਹੋ, ਮੈਂ ਤਾਂ ਫੇਰ ਵੀ ਕਹੂੰਗਾ ਜੀ ਵੀ ਜਦੋਂ ਕਿਸਾਨ ਨੇ ਅੱਜ ਡਿਕਲੇਅਰ ਹੀ ਕਰਤਾ ਵੀ ਅਸੀਂ ਤੁਹਾਡਾ ਫਾਇਦਾ ਲੈਣਾ ਹੀ ਨਹੀਂ, ਜੇ ਅਸੀਂ ਤੁਹਾਡੇ ਫਾਇਦੇ ਪੁਰਾਣੀਆਂ ਪਾਲਿਸੀਆਂ 'ਚ ਦੇਖ ਲਏ, ਤੁਸੀਂ ਦੇਖੋ ਜੀ ਇਹ ਉਹੀ ਮੁਲਕ ਹੈ ਜਿੱਥੇ ਕਿਸਾਨ ਤਾਂ 10,000 5,000 ਪਿੱਛੇ ਫਾਹਾ ਲੈਂਦਾ ਹੈ, ਜਿੱਥੇ ਜੀਐਸਟੀ ਦੇ ਸਟੇਟਾਂ ਦੇ ਪੈਸੇ ਜਿੱਥੋਂ ਸਟੇਟਾਂ ਨੇ ਰਨ ਕਰਨਾ ਜੀ ਉਹ ਰੋਕੇ ਜਾਂਦੇ ਆ ਸੈਂਟਰ 'ਚ। ਉਸੇ ਮੁਲਕ ਦੇ ਵਿੱਚ ਜੀ 1 ਲੱਖ ਕਰੋੜ ਰੁਪਈਆ ਪਲੱਸ ਮਾਫ ਹੁੰਦਾ ਜੀ ਕਾਰਪੋਰੇਟ ਸੈਕਟਰ ਦਾ, ਉਹੀ 8-10 ਘਰਾਣਿਆਂ ਦਾ, ਬੈਂਕਾਂ ਦਾ, ਉਹਨਾਂ ਦੇ ਲੱਖਾਂ ਕਰੋੜ ਰੁਪਏ ਮਾਫ ਹੋ ਸਕਦੇ ਆ ਜੀ। ਤੇ ਮੈਨੂੰ ਲੱਗਦਾ ਸਾਰੇ 50,000 ਕਰੋੜ ਰੁਪਇਆ ਵੀ ਮਾਫ ਕਰ ਦੇਣ ਤੇ ਮੈਨੂੰ ਲੱਗਦਾ ਕਿਸਾਨੀ ਵੈਸੇ ਹੀ ਲੀਹ ਤੇ ਆ ਜੂਗੀ ਜੀ, ਕਿਸੇ ਵੀ ਤਰੀਕੇ ਨਾਲ ਆ ਜੂਗੀ। ਇਹ ਗੱਲਾਂ ਹੌਲੀ ਹੌਲੀ ਅੱਗੇ ਜੁੜਦੀਆਂ ਨਾ। ਅੱਜ ਆਪਾਂ ਨੂੰ ਐਮਐਸਪੀ ਵਗੈਰਾ ਕਿਉਂ ਇੰਨੀ ਜ਼ਰੂਰੀ ਹੈ? ਕਿਉਂਕਿ ਹਰ ਕਿਸਾਨ ਲਿਮਟਾਂ ਤੇ ਕਰਜ਼ੇ ਦੀ ਦਲਦਲ 'ਚ ਫਸਿਆ ਹੋਇਆ ਜੀ। ਜਦੋਂ ਉਹਨੂੰ ਚੰਗਾ ਰੇਟ ਮਿਲਦਾ ਉਹ ਉਸ ਖੇਤੀ ਨੂੰ ਕਦੇ ਵੀ ਨਹੀਂ ਛੱਡਣਾ ਚਾਹੂਗਾ। ਪਹਿਲਾਂ ਸਰਕਾਰਾਂ ਨੂੰ ਉਹੋ ਜਿਹੀਆਂ ਪਾਲਿਸੀਆਂ, ਉਹੋ ਜਿਹਾ ਰਾਹ ਦੇਣਾ ਪੈਣਾ ਵੀ ਕਿਸਾਨ ਨੂੰ ਆਪਦਾ ਫਿਊਚਰ ਦਿਖੇ। ਇਹ ਸਾਰਾ ਕੁਝ ਇੰਟਰਕਨੈਕਟਡ ਹੈ ਜੀ। ਬਿਲਕੁਲ ਅਮਿਤ, ਸਰਕਾਰ ਹੁਣ ਇਸ ਅੰਦੋਲਨ ਨੂੰ, ਪਹਿਲਾਂ ਖਾਲਿਸਤਾਨ, ਵੱਖਵਾਦੀ, ਬਹੁਤ ਸਾਰੇ ਟੈਗ ਲਗਾਏ ਜਾ ਰਹੇ ਸੀ ਇਸ ਅੰਦੋਲਨ ਦੇ ਉੱਤੇ, ਹੁਣ ਚੀਨ ਤੇ ਪਾਕਿਸਤਾਨ ਦੇ ਨਾਲ ਜੋੜਿਆ ਜਾ ਰਿਹਾ ਇਸ ਅੰਦੋਲਨ ਨੂੰ। ਸਰਕਾਰ ਦਾ ਇਹ ਕਹਿਣਾ ਹੈ ਕਿ ਵੀ ਪਾਕਿਸਤਾਨ ਤੇ ਚੀਨ ਦਾ ਇਸ ਦੇ ਵਿੱਚ ਹੱਥ ਹੈ। ਸਰਕਾਰ ਕਿਤੇ ਫਿਰ ਤੋਂ ਸ਼ਾਹੀਨ ਬਾਗ ਵਾਲਾ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਤਾਂ ਨਹੀਂ? ਉਹ ਨੈਰੇਟਿਵ ਇਹ ਨਾ ਪਹਿਲੇ ਦਿਨ ਤੋਂ ਹੀ ਬਣਾਉਣਾ ਚਾਹੁੰਦੇ ਆ ਜੀ, ਪਰ ਬੜੀ ਰੱਬ ਦੀ ਮਿਹਰ ਹੈ ਜਾਂ ਇਹ ਗੁਰੂਆਂ ਪੀਰਾਂ ਦੀ ਧਰਤੀ ਤੋਂ ਉੱਠ ਕੇ ਜੋ ਹਜੂਮ ਉੱਥੇ ਪਹੁੰਚਿਆ ਵੀ ਲੋਕ ਬੜੇ ਸਿਆਣੇ ਹੋ ਗਏ ਜੀ। ਮੈਂ ਤੁਹਾਨੂੰ ਦੱਸਿਆ ਨਾ, ਮੈਂ ਗਰਾਊਂਡ ਜ਼ੀਰੋ ਤੇ ਲਗਾਤਾਰ ਰਹਿ ਰਿਹਾ, ਬੜਾ ਚੰਗਾ ਲੱਗਦਾ ਜੀ ਉੱਥੇ ਯੂਥ ਦੀਆਂ ਗੱਲਾਂ ਦੇਖ ਕੇ। ਹਰ ਸਟੇਜ ਤੋਂ ਸਵੇਰੇ ਤੇ ਸ਼ਾਮ 2-3 ਵਾਰ ਘੱਟੋ ਘੱਟ ਸਪੀਚ ਹੁੰਦੀ ਹੈ ਵੀ ਆਪਾਂ ਠੰਡੇ ਰਹਿਣਾ, ਆਪਾਂ ਇਹਨੂੰ ਸੰਘਰਸ਼ ਨੂੰ ਤਿੱਖਾ ਕਰਕੇ ਜਿੱਤਣਾ। ਜਿਹੜੀ ਤੁਸੀਂ ਚੀਨ ਤੇ ਪਾਕਿਸਤਾਨ ਵਾਲੀ ਗੱਲ ਕੀਤੀ ਜੀ, ਬੜੇ ਹਾਸੋਹੀ ਨੇ ਜੇ ਬਿਆਨ ਕਦੇ ਕਦੇ ਇਹਨਾਂ ਦੇ ਮਿਨਿਸਟਰ ਦੇ ਦਿੰਦੇ ਆ। ਤੁਸੀਂ ਦੇਖੋਗੇ ਇੱਥੇ ਇਹ ਹਾਲਾਤ ਨੇ ਜੀ ਇਹਨਾਂ ਦੇ ਮਿਨਿਸਟਰਾਂ ਦੇ। ਪ੍ਰੈਕਟੀਕਲ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਜੋ ਸ਼ਾਇਦ ਤੁਹਾਡੇ ਨਾਲ ਕਿਸੇ ਨੇ ਡਿਸਕਸ ਨਾ ਕੀਤੀਆਂ ਹੁਣ। ਜਦੋਂ ਇਹਨਾਂ ਦੇ ਕਿਸੇ ਮੰਤਰੀ ਦਾ ਬਿਆਨ ਆਉਂਦਾ, ਪਹਿਲਾਂ ਲੋਕ ਗੂਗਲ ਕਰਦੇ ਆ ਵੀ ਯਾਰ ਇਹ ਮੰਤਰੀ ਹੈਗਾ ਕਿ ਨਹੀਂ, ਕਿਉਂਕਿ 2 ਬੰਦਿਆਂ ਦੇ ਆਸੇ-ਪਾਸੇ ਸਰਕਾਰ ਚੱਲ ਰਹੀ ਹੈ। ਉਸ ਇਹਨਾਂ ਦੇ ਬਿਆਨ ਏਡੇ ਹਾਸੋਹੀ ਨੇ ਹੁੰਦੇ। ਇਹ ਕਹਿੰਦੇ ਵੀ ਚੀਨ ਤੇ ਪਾਕਿਸਤਾਨ ਦਾ ਫੰਡਡ ਅੰਦੋਲਨ ਹੈ। ਓਏ ਪਾਗਲ ਬੰਦਿਓ, ਜਿਹੜੇ ਬੰਦੇ ਇੱਥੇ ਬੈਠੇ ਆ 70-70, 80-80 ਸਾਲਾਂ ਦੀ ਉਮਰ 'ਚ ਇੰਨੀ ਠੰਡ 'ਚ ਪੈਟਰੋਲ ਪੰਪਾਂ ਤੋਂ ਪਾਣੀ ਲੈ ਕੇ ਨਹਾ ਰਹੇ ਆ, ਜਿਹੜੇ ਚੀਨ ਪਾਕਿਸਤਾਨ ਦੀ ਤੁਸੀਂ ਗੱਲ ਕੀਤੀ ਹੈ ਉਹਦੀਆਂ ਸਰਹੱਦਾਂ ਤੇ ਵੀ ਇਹਨਾਂ ਦੇ ਪੁੱਤ ਪੋਤੇ ਖੜੇ ਆ। ਜੇ ਉਹਨਾਂ ਦਾ ਫੰਡਡ ਅੰਦੋਲਨ ਹੁੰਦਾ ਤਾਂ ਪਹਿਲਾ ਜਾਣ ਨੂੰ ਖਤਰਾ ਉਹਨਾਂ ਦੇ ਖੂਨ ਨੂੰ ਹੈ। ਜਿਹੜਾ ਮੱਧ ਵਰਗੀ ਕਿਸਾਨਾਂ ਦੇ ਜਾਂ ਮਜ਼ਦੂਰਾਂ ਦੇ ਮੁੰਡੇ ਜਿਹੜੇ ਬਾਰਡਰਾਂ ਤੇ ਖੜੇ ਆ, ਉਹ ਵੀ ਇਹਨਾਂ ਪਰਿਵਾਰਾਂ ਦੇ ਖੜੇ ਆ ਜਿਹੜੇ ਅੱਜ ਸੜਕਾਂ ਤੇ ਆ। ਨਾ ਉੱਥੇ ਵੱਡੇ ਪਰਿਵਾਰਾਂ ਦੇ ਮੁੰਡੇ ਆ ਜੀ, ਤੇ ਨਾ ਹੀ ਇੱਥੇ ਵੱਡੇ ਪਰਿਵਾਰਾਂ ਦੇ ਲੋਕ ਸੜਕਾਂ ਤੇ ਬੈਠੇ ਆ। ਇਹ ਤਾਂ ਪਤਾ ਨਹੀਂ ਹੁਣ ਇਹੋ ਜਿਹਾ ਬਿਆਨ ਤਾਂ ਕੋਈ ਜਵਾਕ ਵੀ ਨਹੀਂ ਦੇਊਗਾ ਜੀ, ਉਹ ਵੀ ਪੰਜਾਬ ਨੂੰ ਦੇਖ ਕੇ ਜਿਹੜਾ ਸ਼ੁਰੂ ਤੋਂ ਹੀ ਸਰਹੱਦ ਦੀ ਰਾਖੀ ਕਰਦਾ ਆਇਆ। ਫਿਰ ਇਹਨਾਂ ਨੇ ਲੰਗਰ ਤੇ ਵੀ ਜੀ, ਮੈਂ ਇੱਕ ਮਿੰਟ ਤੁਹਾਡਾ ਲਊਂਗਾ, ਇਹਨਾਂ ਨੇ ਕਿਹਾ ਵੀ ਲੰਗਰ ਦੀ ਫੰਡਿੰਗ ਚੈੱਕ ਕਰੋ। ਉੱਥੇ ਜੇ ਇਹਨਾਂ ਨੂੰ ਸਵਾਲ ਪੁੱਛਿਆ ਜਾਵੇ ਜੀ, ਮੈਂ ਕਹਿੰਦਾ ਇਹਨਾਂ ਦੇ ਹੋਰ ਤਾਂ ਛੱਡੋ, ਪ੍ਰਧਾਨ
ਮੰਤਰੀ ਕੋਲ ਜਵਾਬ ਨਹੀਂ ਹੋਣਾ ਵੀ ਜਦੋਂ ਕਰੋਨਾ ਦਾ ਟਾਈਮ ਸਰਕਾਰ ਤੋਂ ਚੀਜ਼ਾਂ ਪੂਰੀਆਂ ਨਹੀਂ ਆ ਰਹੀਆਂ ਸੀ, ਉਦੋਂ ਤਾਂ ਕਿਸੇ ਨੇ ਖਾਲਸਾ ਏਡ, ਉਦੋਂ ਤਾਂ ਕਿਸੇ ਨੇ ਗੁਰਦੁਆਰਿਆਂ ਦਾ ਜਾਂ ਲਾ ਲਓ ਪਿੰਡਾਂ ਦਾ ਜਾਂ ਹਰੇਕ ਸੰਸਥਾ ਦੇ ਸਿੱਖਾਂ ਦੀ ਨੇ ਵੱਧ ਚੜ ਕੇ ਲੰਗਰ ਲਾਇਆ, ਲੋਕਾਂ ਨੂੰ ਪੈਦਲ ਜਾਂਦੇ ਸਹੂਲਤਾਂ ਦਿੱਤੀਆਂ, ਦਵਾਈਆਂ ਦਿੱਤੀਆਂ, ਹੋਰ ਸਭ ਕੁਝ ਜੋ ਦੇ ਸਕਦੇ ਦਿੱਤਾ। ਉਦੋਂ ਤਾਂ ਕਿਸੇ ਨੇ ਸਾਡੀ ਫੰਡਿੰਗ ਨਹੀਂ ਚੈੱਕ ਕੀਤੀ ਜੀ। ਜੇ ਅੱਜ ਅਸੀਂ ਆਪਦੇ ਖੇਤਾਂ ਦੀ ਲੜਾਈ ਲੜਨੇ ਆਪ ਵਜੂਦ ਬਚਾਉਣ ਆਏ ਆ ਤਾਂ ਸਾਡੇ ਲੰਗਰ ਦੀ ਫੰਡਿੰਗ ਚੈੱਕ ਕੀਤੀ ਜਾ ਰਹੀ। ਭੁੱਲ ਗਏ ਜੀ ਇਹਨਾਂ ਦੇ ਲੀਡਰ ਸ਼੍ਰੀ ਅਟਲ ਬਿਹਾਰੀ ਵਾਜਪਾਈ, ਜਿਨ੍ਹਾਂ ਦੀ ਦੇਸ਼ ਇੱਜ਼ਤ ਵੀ ਕਰਦਾ ਰਿਹਾ ਜੀ, ਉਹਨਾਂ ਦੀ ਆਪ ਦੀ ਕਵਿਤਾ ਵੀ ਹੈ ਇਹ, ਵੀ ਜਿਹੜੇ ਦੇਸ਼ 'ਚ ਤੁਸੀਂ ਵਿਰੋਧ ਜਾਂ ਵਿਰੋਧੀਆਂ ਨੂੰ ਅੱਤਵਾਦ ਦੱਸਣ ਲੱਗ ਜਾਓ ਜਾਂ ਦੇਸ਼ ਦਰੋਹੀ ਦੱਸਣ ਲੱਗ ਜਾਓ, ਸਮਝ ਲਓ ਉਸ ਦੇਸ਼ 'ਚ ਲੋਕਤੰਤਰ ਮਰ ਰਿਹਾ ਤੇ ਤਾਨਾਸ਼ਾਹੀ ਵੱਧ ਰਹੀ ਹੈ ਜੀ। ਇਹ ਉਸ ਅਟਲ ਬਿਹਾਰੀ ਵਾਜਪਾਈ ਦੀਆਂ 2 ਸੀਟਾਂ ਤੋਂ ਚੱਲਿਆ ਹੋਇਆ ਜਨਸੰਘ ਅੱਜ ਉਹਨਾਂ ਦੀ ਸਿੱਖ ਨੂੰ ਹੀ ਭੁੱਲ ਗਿਆ। ਬਿਲਕੁਲ। ਅਮਿਤ, ਤੁਸੀਂ ਆਪਣੀ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਇਹੀ ਗੱਲ ਕਹੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਕਿਸਾਨ ਅੰਦੋਲਨ ਜਿਹੜਾ ਐਡਾ ਵੱਡਾ ਦਾਇਰਾ ਬਣ ਚੁੱਕਿਆ ਹੋਵੇ, ਤੁਸੀਂ ਨਹੀਂ ਦੇਖਿਆ ਐਡਾ ਵੱਡਾ ਸੰਘਰਸ਼। ਔਰ ਜਦੋਂ ਹੁਣ ਅਸੀਂ ਨੌਜਵਾਨਾਂ ਦੀ ਗੱਲ ਕਰ ਹੀ ਰਹੇ ਹਾਂ, ਨੌਜਵਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਡਟ ਕੇ ਨਾਲ ਖੜੇ ਹੋਏ ਨੇ, ਤੁਸੀਂ ਕੀ ਮੰਨਦੇ ਹੋ ਕਿ ਨੌਜਵਾਨ ਜਿਹੜੇ ਨੇ ਇਹ ਖੇਤੀਬਾੜੀ ਬਿੱਲ ਨੌਜਵਾਨਾਂ ਦੇ ਭਵਿੱਖ ਦੇ ਨਾਲ ਸਿੱਧੇ ਤੌਰ ਦੇ ਉੱਤੇ ਜੁੜੇ ਹੋਏ ਨੇ, ਜਿਹੜਾ ਉਹਨਾਂ ਨੂੰ ਇਹਨਾਂ ਦੇ ਲਾਗੂ ਹੋਣ ਦਾ ਡਰ ਸਤਾ ਰਿਹਾ? ਬਿਲਕੁਲ ਜੀ, ਉਹਦੇ ਵਿੱਚ 2 ਪੁਆਇੰਟ ਮੈਂ ਰੱਖੂੰਗਾ। ਪਹਿਲਾਂ ਤਾਂ ਇਹ ਅੰਦੋਲਨ ਨੇ, ਇੱਕ ਪਹਿਲੀ ਗੱਲ ਤਾਂ ਜੀ ਇਹ ਧਰਨਾ ਨਹੀਂ ਰਿਹਾ, ਅੰਦੋਲਨ ਨਹੀਂ ਰਿਹਾ, ਇੱਕ ਇਹੋ ਜਿਹੀ ਲੋਕ ਲਹਿਰ ਬਣ ਗਈ ਜਿਹੜੀ ਇਤਿਹਾਸ ਬਦਲਣ ਦਾ ਦਮ ਰੱਖ ਗਈ। ਇਹਦਾ ਸਭ ਤੋਂ ਪਹਿਲਾ ਸਾਨੂੰ ਜੋ ਫਾਇਦਾ ਹੋਇਆ ਜੀ, ਬੜਾ ਉਹੀ ਗੱਲ ਰੱਬੀ ਮਿਹਰ ਵਾਂਗੂ ਬੜਾ 5-7 ਦਿਨਾਂ ਦੇ ਵਿੱਚ ਪੰਜਾਬ ਦੇ ਯੂਥ ਨੂੰ ਇਹ ਕਲਿੱਕ ਕੀਤਾ। ਸਤੰਬਰ ਦੇ ਮਹੀਨੇ 'ਚ ਜਦੋਂ ਪਿਪਲੀ ਕਾਂਡ ਹੁੰਦਾ ਜੀ, ਹਰਿਆਣੇ ਕਿਸਾਨਾਂ ਦੇ ਕੁੱਟ ਪੈਂਦੀ ਆ, 5-6 ਦਿਨਾਂ 'ਚ ਇੰਨੀ ਟਰਾਂਸਫੋਰਮੇਸ਼ਨ ਪੰਜਾਬ ਦੇ ਯੂਥ 'ਚ ਆਪੇ ਸੜਕਾਂ ਤੇ ਆਉਣਾ, ਹਨਾ। ਪਹਿਲਾਂ ਸਾਨੂੰ ਸਾਡੇ ਹੱਕ ਪਤਾ ਲੱਗ ਗਏ, ਸਾਡੀ ਅਵੇਅਰਨੈਸ ਪਤਾ ਲੱਗ ਗਈ। ਉਸ ਤੋਂ ਬਾਅਦ ਆਉਂਦਾ ਜੀ ਵੀ ਸਾਡੇ ਫਿਊਚਰ ਦਾ ਸਵਾਲ। ਦੇਖੋ ਜੀ, ਕੁਛ ਮੁੰਡੇ ਕੀ ਬਹੁਤ ਆਦਤ ਹੈ ਜੋ ਬ੍ਰੇਨ ਡਰੇਨ ਦਾ ਵੀ ਸ਼ਬਦ ਦੇ ਦਿੰਦਾ ਆਪਣਾ ਦੇਸ਼, ਪਰ ਮੈਂ ਹਮੇਸ਼ਾ ਪ੍ਰਵਾਸੀਆਂ ਨੂੰ ਬੜਾ ਮੈਂ ਸਜਦਾ ਕਰਦਾ, ਸਿਰ ਝੁਕਦਾ ਵੀ ਇਹ ਪ੍ਰਵਾਸ ਨੇ ਸਾਡੇ ਪੰਜਾਬ ਦੀ ਨਿਉ ਨੂੰ ਬਚਾ ਕੇ ਰੱਖਿਆ। ਬਹੁਤ ਮੁੰਡੇ ਜੀ ਬਾਹਰ ਵੱਲ ਜਾ ਰਹੇ ਆ, ਜੋ ਮੁੰਡੇ ਇੱਥੇ ਰਹਿ ਰਹੇ ਆ, ਦੇਖੋ ਇੱਕ ਚੀਜ਼ ਨਾਲ ਚੀਜ਼ਾਂ ਕਨੈਕਟਡ ਹੈ ਜੀ। ਚਾਹੇ ਤਾਂ ਮੈਂ ਅੱਜ ਸਿਵਲਸ ਦੀ ਤਿਆਰੀ ਕਰਨੀ ਹੈ, ਮੈਨੂੰ 4-5 ਸਾਲਾਂ ਦਾ ਟਾਈਮ ਚਾਹੀਦਾ। ਜੇ ਮੈਂ ਕੋਈ ਕਲਾਕਿਰਤੀ 'ਚ ਜਾਣਾ ਚਾਹੁੰਦਾ ਜੀ, ਐਕਟਿੰਗ 'ਚ ਜਾਣਾ ਚਾਹੁੰਦਾ, ਗਾਉਣ 'ਚ ਜਾਣਾ ਚਾਹੁੰਦਾ, ਕਿਸੇ ਵੀ ਤਰ੍ਹਾਂ ਦੀ ਤੁਸੀਂ ਲਾ ਲਓ ਕਲਾ 'ਚ, ਕਿਉਂਕਿ ਤੁਸੀਂ ਆਪ ਜਰਨਲਿਜ਼ਮ 'ਚੋਂ, ਤੁਹਾਨੂੰ ਪਤਾ ਇਹ ਚੀਜ਼ਾਂ ਟਾਈਮ ਮੰਗਦੀਆਂ ਜੀ। ਬਿਲਕੁਲ, ਇਹ ਤੁਹਾਨੂੰ ਘਰੋਂ ਸਪੋਰਟ ਮੰਗਦੀਆਂ। ਅੱਜ ਜੇ ਸਾਡੇ ਖੇਤ ਸਿਕਿਉਰ ਹੈ ਜੀ, ਸਾਡੀ ਖੇਤੀ ਸਿਕਿਉਰ ਹੈ, ਸਾਨੂੰ ਮੁੱਲ ਵਾਜਬ ਮਿਲਦੇ ਆ, ਤਾਂ ਪੰਜਾਬ ਦੇ ਯੂਥ ਕੋਲ ਆਪਦੇ ਆਪ ਨੂੰ ਸਰਵਾਈਵ ਕਰਨ ਦਾ, ਆਪਦੇ ਆਪ ਨੂੰ ਅੱਗੇ ਵਧਾਉਣ ਦਾ ਟਾਈਮ ਹੈ। 2006 'ਚ ਇਹਨਾਂ ਨੇ ਬਿਹਾਰ ਦੀ MSP ਖਤਮ ਕੀਤੀ ਸੀ ਜੀ। ਅੱਜ ਤੁਸੀਂ ਦੇਖੋ ਬਿਹਾਰ ਦੇ 3-3, 4-4 ਕਿੱਲਿਆਂ ਵਾਲੇ ਮੁੰਡੇ ਦਿੱਲੀ 'ਚ ਚੰਗੇ ਰੈਸਟੋਰੈਂਟਾਂ 'ਚ ਕੁੱਕ ਨੇ, ਤੇ ਜਿਹੜੇ ਉਦੋਂ ਵੀ ਛੋਟੇ ਤਬਕੇ ਦਾ ਕਿਸਾਨ ਹੈ ਉਹ ਅੱਜ ਆ ਕੇ ਪੰਜਾਬ 'ਚ ਦਿਹਾੜਾਂ ਕਰ ਰਹੇ। ਤਾਂ ਯੂਥ ਨੂੰ ਉਹ ਦਿਖਦਾ, ਯੂਥ ਨੂੰ ਅੱਜ ਪਤਾ ਵੀ ਚਾਹੇ ਅੱਜ ਸਾਡੇ ਕੋਲ 5 ਕਿੱਲੇ ਜ਼ਮੀਨ ਹੈ, ਪਰ ਅਸੀਂ ਸਰਵਾਈਵ ਕਰ ਰਹੇ ਹਾਂ ਕਿਉਂਕਿ ਸਾਡੀ ਜੋ ਅਸੀਂ ਉਤਪਾਦ ਹੈ ਉਹਦਾ ਸਾਨੂੰ ਸਹੀ ਰੇਟ ਮਿਲਦਾ ਤੇ ਸਹੀ ਢੰਗ ਤਰੀਕੇ ਨਾਲ ਸਾਡੀ ਖੇਤੀ ਚੱਲ ਰਹੀ ਹੈ। ਅਮਿਤ, ਤੁਸੀਂ ਯੂਥ ਦੀਆਂ ਗੱਲਾਂ ਕਰਦੇ ਹੋ, ਖੁਦ ਵੀ ਤੁਸੀਂ ਯੂਥ ਦੇ ਵਿੱਚ ਸਰਗਰਮ ਰਹਿੰਦੇ ਹੋ, ਨੌਜਵਾਨ ਪੀੜ੍ਹੀ ਜਿਹੜੀ ਹੈ ਕਾਫੀ ਜ਼ਿਆਦਾ ਤੁਸੀਂ ਉੱਥੇ ਦੇਖ ਕੇ ਵੀ ਆਏ ਹੋ ਕਿ ਅੰਦੋਲਨ ਦੇ ਵਿੱਚ ਜਿਹੜਾ ਹੈ ਜਿਸ ਤਰੀਕੇ ਦਾ ਉੱਥੇ ਲੋਕ ਇਕੱਠੇ ਹੋਏ ਨੇ, ਉਸ ਦੇ ਵਿੱਚ ਜਿਹੜੇ ਨੇ ਯੂਥ ਹੈ ਉਹ ਕਰ ਕੀ ਰਿਹਾ, ਉਹਦੀ ਭੂਮਿਕਾ ਕਿਵੇਂ ਦੀ ਨਜ਼ਰ ਆ ਰਹੀ? ਕੀ ਮੰਨਿਆ ਜਾ ਸਕਦਾ ਹੈ ਕਿ ਜੇ ਇਹ ਅੰਦੋਲਨ ਜੋ ਮੰਗ ਰਿਹਾ, ਜਿਸ ਤਰੀਕੇ ਦੀਆਂ ਮੰਗਾਂ ਨੇ, ਜੇ ਉਹ ਸਿਰੇ ਨਹੀਂ ਚੜ੍ਹਦਾ ਤਾਂ ਬਹੁਤ ਸਾਰੀ ਨੌਜਵਾਨੀ ਫਿਰ ਉਹੀ ਕਰੇਗੀ ਜਿਹੜੀ ਹੁਣ ਤੱਕ ਕਰਦੀ ਆ ਰਹੀ ਹੈ, ਯਾਨੀ ਕਿ ਨੌਜਵਾਨ ਵਿਦੇਸ਼ਾਂ ਵੱਲ ਨੂੰ ਭੱਜਣਗੇ, ਉਹ ਇੱਧਰ ਨੂੰ ਆਉਣ ਦੀ ਤਿਆਰੀ ਕਰਨੀ ਸ਼ੁਰੂ ਕਰ ਦੇਣਗੇ ਕਿ ਜਿਹਨੇ +2 ਕੀਤੀ ਉਸ ਤੋਂ ਬਾਅਦ ਉਹ ਵਿਦੇਸ਼ਾਂ ਵਿੱਚ ਆਏਗਾ, ਉਹਦਾ ਸਿਰਫ ਧਿਆਨ ਹੀ ਹੈ ਹੁਣੇ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਵੱਲ ਲੱਗ ਜਾਣਾ ਹੈ। ਤੇ ਜਿਹੜੇ ਕਹਿ ਸਕਦੇ ਆ ਕਿ ਸਾਡੇ ਬਜ਼ੁਰਗ ਨੇ ਉਹ ਬਸ ਇਹਨਾਂ ਸੰਘਰਸ਼ਾਂ ਜੋਗੇ ਹੀ ਰਹਿ ਜਾਣਗੇ। ਕੀ ਤਸਵੀਰ ਬਣਨ ਨੂੰ ਤੁਹਾਨੂੰ ਅੱਗੇ ਲੱਗਦੀ ਹੈ? जी अमित खुडिया जी, थोड़ा तक आवाज पहुंच रही है? You're audible to me? मेरी ठीक है जी? जी बिल्कुल ठीक आ रही है, ਤੁਸੀਂ ਬੋਲ ਸਕਦੇ ਹੋ। ਹਾਂਜੀ, ਮੈਂ ਤੁਹਾਨੂੰ ਕਹਿ ਰਿਹਾ ਸੀਗਾ ਵੀ ਪਹਿਲਾਂ ਤਾਂ ਦੇਖੋ ਯੂਥ 'ਚ ਵੀ ਅੱਡੋ ਅੱਡ ਤਰ੍ਹਾਂ ਦੇ ਲੋਕ ਹੁੰਦੇ, ਕਿਤੇ ਨਾ ਕਿਤੇ ਸਾਡੇ ਵਰਗੇ ਲੋਕ ਵੀ ਬੈਠੇ ਆ ਜਿਨ੍ਹਾਂ ਨੇ ਸੋਚਿਆ ਹੋਇਆ ਵੀ ਆਪਾਂ ਜਵਾਨੀ ਜਾਂ ਆਪਦੀ ਉਮਰ ਇਸ ਸੂਬੇ ਦੇ ਨਾਮ ਲਾਉਣੀ ਹੈ। ਸੂਬਾ ਖੜਾ ਕਰਾਂਗੇ ਤਾਂ ਦੇਸ਼ ਦੇ ਵਿੱਚ ਸਾਡਾ ਵੈਸੀ ਕੰਟਰੀਬਿਊਸ਼ਨ ਹੁੰਦਾ ਰਹਿਣਾ। ਜਿਹੜਾ ਯੂਥ ਜ਼ਿਆਦਾ ਅਵੇਅਰ ਨਹੀਂ ਜੀ, ਉਹ ਸਾਰਿਆਂ ਨੂੰ ਫਿਕਰ ਜੋ ਤੁਹਾਨੂੰ ਆ ਉਹ ਧਰਨਿਆਂ ਤੇ ਵੀ ਹੈ, ਇਸ ਲਈ ਦਿਨ 'ਚ 2-2 ਵਾਰ ਸਪੀਚਾਂ ਹੁੰਦੀਆਂ, ਕਿਉਂਕਿ ਜਿਹੜੀ ਉੱਥੇ ਭੀੜ ਆ ਉਹ ਆਪ ਮੁਹਾਰੇ ਪਹੁੰਚਣ ਲੱਗ ਗਈ।
ਪਰ ਉਹ ਤਾਰੀਫ ਦੀ ਹੱਕਦਾਰ ਇਹ ਹੈ ਵੀ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਬੜਾ ਆਰਗੇਨਾਈਜ਼ਡ ਤਰੀਕੇ ਨਾਲ ਚੱਲ ਰਹੀ ਹੈ। ਤੁਸੀਂ ਪੁੱਛਿਆ ਉੱਥੇ ਵੀ ਕੀ ਕੀ ਕੀਤਾ ਜਾਂਦਾ, ਪਹਿਲਾਂ ਤਾਂ ਜੀ ਉੱਥੇ ਸਟੇਜਾਂ ਲੱਗਦੀਆਂ, ਸਟੇਜਾਂ ਦੇ ਆਸੇ-ਪਾਸੇ ਵਲੰਟੀਅਰ ਲੰਗਰ ਵਰਤਾਉਣਾ, ਬਜ਼ੁਰਗਾਂ ਤੱਕ ਸਮਾਨ ਪਹੁੰਚਾਉਣਾ, ਗੱਦੇ ਰੱਖਣੇ ਕਰਨਾ, ਸਾਰਾ ਯੂਥ ਬਹੁਤ ਚੰਗੀ ਤਰ੍ਹਾਂ ਨਾਲ ਆਪਦੀ ਡਿਊਟੀ ਨਿਭਾ ਰਿਹਾ। ਉਸ ਤੋਂ ਬਾਅਦ ਜੀ ਮੈਨੂੰ ਚੰਗਾ ਲੱਗਦਾ 5-5 ਘੰਟੇ 4-4 ਘੰਟੇ, ਚਾਹੇ ਦਸੰਬਰ ਦਾ ਮਹੀਨਾ ਚੜ ਗਿਆ ਜੀ, ਪਰ ਜਦੋਂ ਸਵੇਰੇ ਧੁੱਪ ਤਿੱਖੀ ਹੁੰਦੀ ਹੈ ਉਦੋਂ ਵੀ ਬਹਿ ਕੇ ਸਪੀਚਾਂ ਸੁਣਨੀਆਂ। ਬਟ ਫੇਰ ਵੀ ਡਰ ਜੋ ਤੁਹਾਨੂੰ ਹੈ ਸਭ ਨੂੰ ਹੈ ਵੀ ਕੱਲ ਨੂੰ ਜੇ ਰੱਬ ਨਾ ਕਰੇ ਰਿਜ਼ਲਟ ਉੱਪਰ ਨੀਚੇ ਹੁੰਦਾ ਇਸ ਅੰਦੋਲਨ ਦਾ, ਜਾਂ ਜਥੇਬੰਦੀਆਂ ਤੋਂ ਜੋ ਐਕਸਪੈਕਟ ਕਰ ਰਹੇ ਆ ਪੰਜਾਬ ਦੇ ਲੋਕ ਉਹ ਉਹਨਾਂ ਡਿਲੀਵਰ ਨਹੀਂ ਹੁੰਦਾ। ਹੋ ਸਕਦਾ ਦੇਖੋ ਸਿਆਣਾ ਸਟੈਪ ਲੈਣ, ਕਿਉਂਕਿ ਬਹੁਤ ਟਾਈਮ ਦੇ ਸੰਘਰਸ਼ ਨੇ, ਪਰ ਇਹ ਯੂਥ ਕਿੱਧਰ ਨੂੰ ਜਾ ਸਕਦਾ? ਇਹ ਵਾਇਲੈਂਸ ਵੱਲ ਤਾਂ ਨਹੀਂ ਜਾਂਦਾ, ਜਾਂ ਇਹ ਕਿਤੇ ਯੂਥ ਨੇ ਜੇ ਅੰਦੋਲਨ ਨੂੰ ਇੱਥੋਂ ਤੱਕ ਲੈ ਕੇ ਆਂਦਾ, ਯੂਥ ਤਾਂ ਨਹੀਂ ਇਸ ਅੰਦੋਲਨ ਨੂੰ ਖੜਾ ਕਰ ਦੂਗਾ? ਇਹ ਸਵਾਲ ਸਭ ਦੇ ਮਨ 'ਚ ਹੈ। ਇੱਥੇ ਮੇਰੇ ਵੱਲੋਂ ਵਧਾਈ ਦੇ ਪਾਤਰ ਨੇ ਜੀ ਪੰਜਾਬ ਦੇ ਕਲਾਕਾਰ ਵੀਰ, ਸਿਤਾਰੇ, ਬਹੁਤ ਚੰਗੇ ਨਵੇਂ ਉੱਠਦੇ ਹੋਏ ਬੁੱਧੀਜੀਵੀ, ਨਵੇਂ ਪੱਤਰਕਾਰ, ਕਿਉਂਕਿ ਯੂਥ ਅੱਜ ਪੰਜਾਬ ਤੁਸੀਂ ਦੇਖੋਗੇ ਜੀ ਪਿਛਲੇ 5-7-8 ਸਾਲਾਂ ਤੋਂ ਤੁਸੀਂ ਵੀ ਦੇਖਿਆ ਹੋਣਾ, ਜਾਂ 10 ਸਾਲਾਂ ਤੋਂ ਲਾ ਲਓ, ਪੰਜਾਬ ਬੜਾ ਛੇਤੀ ਗਲੈਮਰਾਈਜ਼ ਵੱਲ ਵੱਧ ਰਿਹਾ। ਜਿਵੇਂ ਪਹਿਲਾਂ ਆਪਾਂ ਸਾਊਥ ਦੀ ਇੰਡਸਟਰੀ ਦੇਖਦੇ ਸੀ, ਫੋਰ ਐਗਜ਼ਾਮਪਲ ਰਜਨੀਕਾਂਤ ਜਾਂ ਕਿਸੇ ਦਾ ਨਾਮ ਲੈ ਲਓ, ਵੀ ਲੋਕ ਕਹਿੰਦੇ ਹੁੰਦੇ ਸੀ ਯਾਰ ਉਹਨਾਂ ਨੇ ਇੱਕ ਵਾਰੀ ਅਨਾਉਂਸ ਕਰਤਾ ਤਾਂ ਸਾਰਾ ਤਾਮਿਲਨਾਡੂ ਉਵੇਂ ਕਰੂ। ਪਿਛਲੇ 10 ਸਾਲਾਂ ਤੋਂ ਪੰਜਾਬ ਦਾ ਵੀ ਯੂਥ ਸਿੰਗਰਾਂ ਨਾਲ, ਕਲਾਕਾਰਾਂ ਨਾਲ ਇਮੋਸ਼ਨਲੀ ਵੀ ਅਟੈਚ ਹੋਇਆ। ਜੇ ਕਿਹਾ ਜਾਂਦਾ ਸੀ ਜਵਾਨੀ ਨੂੰ ਉਹਨਾਂ ਨੇ ਕਰਾਹੇ ਪਾਇਆ, ਤਾਂ ਅੱਜ ਉਹ ਜਵਾਨੀ ਨੂੰ ਰਾਹੇ ਵੀ ਪਾ ਰਹੇ ਆ। ਉਹ ਵਾਰ-ਵਾਰ ਹੀ ਇਸ ਚੀਜ਼ ਨੂੰ ਸਮਝਾ ਰਹੇ ਆ ਵੀ ਵੇਖਿਓ ਵੀਰੋ, ਜੇ ਉੱਪਰ ਨੀਚਾ ਹੋ ਗਿਆ ਤਾਂ ਕੱਲ ਨੂੰ ਉਂਗਲਾਂ ਸਾਡੇ ਤੇ ਵੀ ਉੱਠਣੀਆਂ। ਹਜੇ ਤੱਕ ਬਹੁਤ ਵਧੀਆ ਚੱਲ ਰਿਹਾ ਜੀ, ਪਰ ਜੋ ਸ਼ੰਕਾ ਤੁਹਾਡੇ ਮਨ 'ਚ ਹੈ ਸਭ ਦੇ ਮਨ 'ਚ ਹੈ, ਇਹਦਾ ਜਵਾਬ ਹਜੇ ਕਿਸੇ ਕੋਲ ਨਹੀਂ ਜੀ। ਇਹ ਜਦੋਂ ਜਮਾ ਪੀਕ ਤੇ ਕੰਮ ਪਹੁੰਚ ਗਿਆ ਉਦੋਂ ਪਤਾ ਲੱਗੂਗਾ ਜੀ। ਅਮਿਤ, ਇੱਕ ਗੱਲ ਹੋਰ ਦੱਸੋ ਕਿ ਸਰਕਾਰ ਦੀ ਮਨਸ਼ਾ ਕੀ ਨਜ਼ਰ ਆ ਰਹੀ ਹੈ? ਦੇਖੋ ਵਿਦਿਆਰਥੀ ਵੀ ਹੋ ਤੁਸੀਂ, ਲੀਡਰ ਵੀ ਹੈ ਨਾ ਹੈਗੇ ਹੋ, ਦੋਵਾਂ ਸੂਰਤਾਂ ਦੇ ਵਿੱਚ ਤੁਸੀਂ ਜਜਮੈਂਟ ਕੀ ਲਗਾ ਸਕਦੇ ਹੋ? ਸਰਕਾਰ ਦੀ ਮਨਸ਼ਾ ਕੀ ਨਜ਼ਰ ਆ ਰਹੀ ਹੈ? ਕਿਉਂਕਿ ਜਦੋਂ ਵੀ ਜਿਹੜੀ ਵੀ ਚੀਜ਼ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਗਈ ਹੈ ਉਹਦੀ ਤਬਾਹੀ ਹੀ ਹੋਈ ਹੈ, ਚਾਹੇ ਅਸੀਂ ਇੰਡਸਟਰੀ ਦੀ ਗੱਲ ਕਰ ਲਈਏ, ਚਾਹੇ ਐਜੂਕੇਸ਼ਨ ਦੀ ਗੱਲ ਕਰ ਲਈਏ, ਔਰ ਸਭ ਚੀਜ਼ਾਂ ਖਰਾਬ ਹੀ ਹੋਈਆਂ। ਅਨਇੰਪਲੋਇਮੈਂਟ ਅਸੀਂ ਦੇਖਦੇ ਹਾਂ ਕਿ ਕਿੰਨੀ ਜ਼ਿਆਦਾ ਹੋਈ ਹਿੰਦੁਸਤਾਨ ਦੇ ਵਿੱਚ, ਹਰ ਚੀਜ਼ ਜਿਹੜੀ ਹੈ ਉਹ ਖਰਾਬੀ ਦੇ ਦੌਰ ਤੇ ਨਜ਼ਰ ਆਈ, ਮੰਦਹਾਲੀ ਹੀ ਹੁਣ ਤੱਕ ਜਿਹੜੀ ਹੈ ਬਣੀ ਹੋਈ ਹੈ। ਤੇ ਫਿਰ ਐਗਰੀਕਲਚਰ ਸੈਕਟਰ ਹੀ ਸਿਰਫ ਬਚਿਆ ਸੀ ਜਿਸ ਦੇ ਵਿੱਚ ਕਹਿ ਸਕਦੇ ਹਾਂ ਕਿ 80% ਜਿਹੜੇ ਲੋਕ ਨੇ ਉਹ ਖੁਦ ਜਿਹੜੀ ਹੈ ਆਪਣੀ ਕਮਾਈ ਕਰਕੇ ਆਪਣਾ ਢਿੱਡ ਕਿਸੇ ਨਾ ਕਿਸੇ ਤਰੀਕੇ ਨਾਲ ਭਰ ਹੀ ਰਹੇ ਸੀ। ਤਾਂ ਫਿਰ ਉਹਨੂੰ ਵੀ ਕਾਰਪੋਰੇਟ ਘਰਾਣਿਆਂ ਦੇ ਵਿੱਚ ਦੇਣ ਦੀ ਜਿਹੜੀ ਗੱਲ ਹੈ ਉਹ ਕਿਉਂ ਕਹੀ ਜਾ ਰਹੀ ਹੈ? ਉਹਦੇ ਚ ਵੀ 2-3 ਪੁਆਇੰਟ ਇੱਥੇ ਹਮੇਸ਼ਾ ਡਿਸਕਸ ਹੁੰਦੇ ਨੇ ਜੀ। ਪਹਿਲਾ ਹੁੰਦਾ ਡਿਕਟੇਟਰਸ਼ਿਪ। ਹੋ ਸਕਦਾ ਉਹ ਅੱਜ ਆਪਣੇ ਧਰਨੇ ਨਾਲ ਜਾਂ ਤੁਹਾਡੇ ਜਾਂ ਮੇਰੇ ਟੌਪਿਕ ਨਾਲ ਨਾ ਰਲਦਾ ਹੋਵੇ। ਬਹੁਤ ਲੋਕਾਂ ਦੀ ਸੋਚ ਇਸ ਪਾਸੇ ਵੀ ਜਾਂਦੀ ਹੈ ਵੀ ਇਹ ਸਰਕਾਰ 2-4 ਲੋਕਾਂ ਦੇ ਹੱਥ 'ਚ ਦੇਸ਼ ਦੇ ਕੇ ਤੇ ਹਮੇਸ਼ਾ ਲਈ ਇੱਥੇ ਕੁਰਸੀ ਡਾਉਣ ਨੂੰ ਫਿਰਦੀ ਹੈ। ਦੂਜਾ, ਤੁਸੀਂ ਕਿਸਾਨੀ ਦੀ ਗੱਲ ਕੀਤੀ ਜੀ, ਇਹ ਸੱਟ ਆਪਣੇ ਲੋਕਾਂ ਤੇ ਅੱਜ ਤੋਂ ਹੀ ਨਹੀਂ ਵੱਜ ਰਹੀ। ਜਦੋਂ ਨੋਟਬੰਦੀ ਵੀ ਹੋਈ ਤੇ ਲੋਕ ਬੈਂਕਾਂ 'ਚ ਪੈਸੇ ਰਖਾਉਣਗੇ ਤਾਂ ਤੁਸੀਂ ਖੁਦ ਪੰਜਾਬ ਨੂੰ ਬਿਲੋਂਗ ਕਰਦੇ ਹੋ, ਤੁਸੀਂ ਦੇਖਿਆ ਵੀ ਚਲੋ ਆਪਣੀ ਜਨਰੇਸ਼ਨ ਜਿਵੇਂ ਮਰਜ਼ੀ ਹੋਵੇ ਜੀ, ਆਪਣੀਆਂ ਨਾਨੀਆਂ ਦਾਦੀਆਂ ਆਮ ਹੀ ਆਪਾਂ ਵੇਖਦੇ ਸੀ, ਕੁਝ ਵੀ ਹੋਵੇ ਤਾਂ ਉਹਨਾਂ ਨੇ ਪੇਟੀ 'ਚੋਂ ਸੰਦੂਕ 'ਚੋਂ ਪੈਸੇ ਕੱਢ ਕੇ ਲਿਆਉਣੇ ਜੀ। ਬਿਲਕੁਲ, ਇਹ ਇੱਕ ਅਨਆਰਗੇਨਾਈਜ਼ਡ ਇਕਨੋਮੀ ਹੈ ਜੀ, ਜਿਹੜੀ ਕਿਸੇ ਦੇ ਰਿਕਾਰਡ 'ਚ ਨਹੀਂ ਆਉਂਦੀ। ਤੇ ਇੱਥੋਂ ਹੀ ਇੱਕ ਜਦੋਂ ਰਿਸੈਸ਼ਨ 'ਚ ਜਦੋਂ ਸਾਰਾ ਵਰਲਡ ਡੁੱਬ ਰਿਹਾ ਸੀ ਤਾਂ ਲੋਕ ਕਹਿੰਦੇ ਮਨਮੋਹਨ ਸਿੰਘ ਨੇ ਇੰਡੀਆ ਨੂੰ ਉਦੋਂ ਵੀ ਬਚਾਇਆ ਲਾਸਟ ਡੈਕੇਡ 'ਚ, ਆਫਟਰ 2009 ਜਾਂ ਲਾ ਲਓ 2007-8। ਸਿਰਫ ਇਹ ਨਹੀਂ ਸੀ, ਠੀਕ ਹੈ ਉਹਨਾਂ ਦੀਆਂ ਪਾਲਿਸੀਆਂ ਬਹੁਤ ਚੰਗੀਆਂ ਸੀ, ਪਰ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਵੀ ਤੁਸੀਂ ਰਿਸੈਸ਼ਨ 'ਚੋਂ ਪੈਸੇ ਨੂੰ ਕਿਵੇਂ ਗਿਣੋਗੇ ਜਿਹੜੇ ਸਾਡੇ ਸੰਦੂਖਾਂ 'ਚ ਪਏ ਆ, ਜਿਹੜੇ ਸਾਡੇ ਸਾਂਭੇ ਹੋਏ ਪੈਸੇ ਪਏ ਆ। ਪਹਿਲਾਂ ਤਾਂ ਇਹਨਾਂ ਨੇ ਉਹ ਸਾਡੇ ਘਰਾਂ 'ਚੋਂ ਕਢਾ ਕੇ ਬੜੀ ਸਕੀਮ ਨਾਲ ਬੈਂਕਾਂ 'ਚ ਲੈ ਕੇ ਗਏ, ਬੈਂਕਾਂ 'ਚੋਂ ਉਸ ਵੱਡੇ ਪਰਿਵਾਰਾਂ ਦੇ ਲੋਨ ਮਾਫ ਹੋਏ। ਤੁਸੀਂ ਸਕੀਮ ਦੇਖੋ ਕਿੱਥੋਂ ਚੱਲ ਰਹੀ ਹੈ ਤੇ ਵਿਦ ਫੈਕਟਸ, ਜਿਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਕਾਲਾ ਧਨ ਕਿਹੜਾ ਆਉਣਾ ਸੀ ਕਿਹੜਾ ਜਾਣਾ ਸੀ, ਜਿਹੜਾ ਕੋਈ ਕਿਸੇ ਨੇ ਵਿਚਾਰੇ ਨੇ 50,000 ਕਿਸੇ ਨੇ ਕੁੜੀ ਦੇ ਵਿਆਹ ਨੂੰ 2 ਲੱਖ 2.5 ਲੱਖ ਉਹੋ ਜਿਹਾ ਜੋੜਿਆ ਸੀ, ਉਹਨੂੰ ਵੀ ਰਿਕਾਰਡ 'ਚ ਚੜਾਉਣ ਲਈ ਉਹ ਜਮ੍ਹਾਂ ਕਰਨਾ ਪਿਆ। ਨੁਕਸਾਨ ਉਦੋਂ ਵੀ ਆਪਣੇ ਵਰਗੇ ਲੋਕਾਂ ਦਾ ਹੋਇਆ। ਉਦੋਂ ਬਾਅਦ ਲੋਕਡਾਊਨ 'ਚ ਲੋਕ ਹੈਰਾਨ ਰਹਿ ਗਏ ਸੀ ਵੀ ਇੱਕ ਕਿਸਾਨ ਤਬਕਾ ਯਾਰ ਜਿਹਦੇ ਸੱਟ ਨਹੀਂ ਵੱਜੀ, ਆਪਦਾ ਬੀਜਿਆ, ਘਰਾਂ 'ਚ ਸਬਜ਼ੀਆਂ ਲੱਗੀਆਂ ਨਹੀਂ ਲੱਗੀਆਂ, ਇੱਕ ਦੂਜੇ ਤੋਂ ਫੜੀਆਂ, ਉਹਨਾਂ ਕੁ ਰਾਸ਼ਨ ਪਾਣੀ ਸਭ ਕੋਲ ਸੀ। ਤੇ ਇੱਕੋ ਪਿੰਡਾਂ ਦਾ ਵੀ ਧਾਰ ਪਸਾਰ ਵਾਲਾ ਇੱਕ ਸਿਸਟਮ ਬਣਿਆ ਹੁੰਦਾ ਜੀ, ਆੜਤੀਏ ਕੋਲ ਗਏ ਉਹਨੇ ਦਿੱਤੇ, ਇੱਧਰ ਲਿਆ ਉੱਧਰ ਲਿਆ। ਹੁਣ ਲੋਕਾਂ ਨੂੰ ਤੁਹਾਡੇ ਵਾਂਗੂ ਇਹ ਚੀਜ਼ ਸਮਝ ਹੀ ਨਹੀਂ ਆ ਰਹੀ ਵੀ ਯਾਰ ਇਹ ਪ੍ਰਧਾਨ ਮੰਤਰੀ ਦੇਸ਼ ਦਾ ਭਲਾ ਚਾਹੁੰਦਾ ਕਿ ਇਹਨੂੰ ਕੋਈ ਹੱਸਦਾ ਵੱਸਦਾ ਜੱਚਦਾ ਹੀ ਨਹੀਂ। ਇੱਕ ਆਪਾਂ ਬਚੇ ਸੀ ਆਪਣੀ ਵੀ ਰੀੜ ਦੀ ਹੱਡੀ ਤੇ ਸੱਟ ਮਾਰੀ। ਦੂਜਾ ਇਹ ਹੈ ਜੀ ਵੀ ਕੋਲ ਇੰਡਸਟਰੀ ਹੋ ਗਈ, ਪੈਟਰੋਲੀਅਮ ਇੰਡਸਟਰੀ ਹੋ ਗਈ, ਡੇਟਾ ਇੰਡਸਟਰੀ ਹੋ ਗਈ, ਇਹ ਤਾਂ ਸਾਰੀਆਂ ਵੱਡੇ ਘਰਾਣਿਆਂ ਕੋਲ ਚੱਲ ਗਈਆਂ। ਐਗਰੀਕਲਚਰ ਸੈਕਟਰ ਇੱਕ ਇਹੋ ਜਿਹਾ ਸੈਕਟਰ ਹੈ ਜੀ ਜਿੱਥੋਂ ਬਹੁਤ ਪਰਿਵਾਰ ਚੰਗੇ ਤਰੀਕੇ ਨਾਲ ਪਲ ਰਹੇ ਆ ਜੀ। ਉਹਨਾਂ ਮੁਲਕਾਂ 'ਚ ਬੈਠੇ ਨਜ਼ਰ ਆ ਰਿਹਾ ਹੁਣ ਸਬਕਾ ਸਾਥ ਔਰ ਸਬਕਾ ਵਿਕਾਸ ਨਾਰਾ, ਸਬਕਾ ਸਾਥ ਤਾਂ ਮਿਲ ਗਿਆ ਪਰ ਸਬਕਾ ਵਿਕਾਸ ਨਹੀਂ ਹੋ ਰਿਹਾ।
ਨਹੀਂ ਨਹੀਂ, ਉਹ ਤਾਂ 2014 ਤੋਂ ਹੀ ਨਹੀਂ ਹੋਇਆ ਜੀ। ਉਹ ਤਾਂ ਇਹਨਾਂ ਕੋਲ ਦੂਜੀ ਟ੍ਰਿਕ ਹੈ। ਜੇ ਮੇਰੇ ਹਿੰਦੂ ਭਰਾ, ਮੇਰੇ ਮੁਸਲਮਾਨ ਭਰਾ ਜੇ ਮੈਨੂੰ ਇੱਥੋਂ ਸੁਣ ਰਹੇ ਆ ਹਨਾ, ਚਲੋ ਬੀਇੰਗ ਅ ਵਰਡਸ ਯੂਜ਼ ਕਰ ਰਹੇ ਆ, ਇਹ ਤਾਂ ਤੁਸੀਂ ਹੁਣ ਦੇਖ ਲਓ ਜੀ, ਦੋ ਤਿੰਨ ਦੇਸ਼ ਤਾਂ ਹੀ ਜਲੂਸ ਨਿਕਲਣਾ 2023 ਚ ਫੇਰ ਵੋਟਾਂ ਨੂੰ ਇੰਨਾ ਜ਼ਿਆਦਾ ਪੋਲਰਾਈਜ਼ ਕੀਤਾ ਜਾਊਗਾ। ਮੈਂ ਉਹਨਾਂ ਦਿਨਾਂ ਦੇ ਵਿੱਚ ਆਪ ਦਿੱਲੀ ਸੀ ਜੀ, ਜਦੋਂ ਸ਼ਹੀਨ ਬਾਗ ਦਾ ਧਰਨਾ ਲੱਗਦਾ ਸੀ, ਕਿਉਂਕਿ ਹਾਂ ਉਸ ਟਾਈਮ ਮੇਰਾ ਲਾਅ ਉੱਥੇ ਚੱਲ ਰਿਹਾ ਸੀ, ਮੈਂ ਉੱਥੇ ਐਕਟਿਵ ਵੀ ਸੀਗਾ ਜੀ ਇਲੈਕਸ਼ਨ ਦੇ ਵਿੱਚ। ਤੁਸੀਂ ਇਹ ਦੇਖੋ ਵੀ ਸ਼ਹੀਨ ਬਾਗ ਦੇ ਧਰਨੇ ਨੂੰ ਅੱਗੇ ਵਧਾਉਣ ਲਈ ਸਰਕਾਰ ਦਾ ਵੀ ਕਿਤੇ ਨਾ ਕਿਤੇ ਹੱਥ ਸੀ, ਵੀ ਜਿੰਨਾ ਇਹ ਵਧੂਗਾ ਤਾਂ ਉਹਨਾਂ ਦਿੱਲੀ ਦੇ ਹਿੰਦੂ ਭਾਈਚਾਰੇ ਨੂੰ ਲੱਗੂਗਾ ਵੀ ਨਹੀਂ ਯਾਰ, ਇਹਨਾਂ ਨੂੰ ਹੁਣ ਵੱਖ ਕਰੋ ਤੇ ਆਪਾਂ ਨੂੰ ਵੋਟ ਪਊਗੀ ਬੀਜੇਪੀ ਨੂੰ। ਇਹ ਸਾਰੇ ਹੋਰ ਪਾਰਟੀਆਂ ਨੂੰ ਪਾ ਦੇਣਗੇ। ਉਹ ਚਲੋ ਕੋਈ ਰੱਬ ਦੀ ਜੋ ਸੀਗੀ ਮਨਜ਼ੂਰ, ਕੇਜਰੀਵਾਲ ਉੱਥੋਂ ਐਜ਼ ਏ ਵਿਨਿੰਗ ਸੀਐਮ ਨਿਕਲ ਕੇ ਆਏ। ਤਾਂ ਹੀ ਮੈਂ ਆਪਣਾ ਜੋ ਟੌਪਿਕ ਚੱਲ ਰਿਹਾ ਸੀਗਾ ਵੀ ਅੱਜ ਐਗਰੀਕਲਚਰ ਸੈਕਟਰ, ਤੁਸੀਂ ਇਹੋ ਜਿਹੀ ਕੰਟਰੀ 'ਚ ਬੈਠੇ ਹੋ ਜਿੱਥੇ ਵਾਲਮਾਰਟ ਵਗੈਰਾ ਹਨਾ ਸਭ ਕੁਝ ਚੱਲਦਾ ਜੀ। ਹੁਣ ਇਹ ਉਸੇ ਤਰੀਕੇ ਨਾਲ ਕੁਝ ਲੋਕਾਂ ਦੇ ਹੱਥ 'ਚ ਦੇਣਾ ਚਾਹੁੰਦੇ। ਤੁਸੀਂ ਸ਼ਾਇਦ ਸੁਣਿਆ ਹੋਊਗਾ ਐਮਾਜ਼ੋਨ ਵੀ ਇੰਟਰਨੈਸ਼ਨਲ ਮਾਰਕੀਟ 'ਚ, ਇੰਟਰਨੈਸ਼ਨਲ ਕੋਰਟ 'ਚ ਇਹਨਾਂ ਦੇ ਖਿਲਾਫ ਕੇਸ ਕਰਨ ਜਾ ਰਿਹਾ, ਸ਼ਾਇਦ ਕਰ ਵੀ ਦਿੱਤਾ ਜੀ, ਇਫ ਆਈ ਐਮ ਨਾਟ ਅਪ ਟੂ ਡੇਟ। ਉੱਥੇ ਵੀ ਸਾਡਾ ਰੌਲਾ ਹੈ ਵੀ ਜੇ ਤੁਸੀਂ ਇੰਨੀ ਓਪਨ ਮਾਰਕੀਟ ਦੇਣੀ ਹੈ ਤਾਂ ਫਿਰ ਤੁਸੀਂ ਦੋ ਤਿੰਨ ਘਰਾਂ ਨੂੰ ਦੇਈ ਜਾਂਦੇ ਹੋ, ਜਾਂ ਤਾਂ ਆਉਣ ਦੋ ਉਹਨਾਂ ਨੂੰ ਵੀ। ਜਦੋਂ ਪੱਟਾਂ ਤੇ ਥਾਪੀਆਂ ਵੱਜੀਆਂ, ਬਰਾਬਰ ਦੀ ਮਾਰਕੀਟ ਬੈਠੀ, ਕੀ ਪਤਾ ਕਿਸਾਨ ਦਾ ਵਾਕਈ ਭਲਾ ਹੋ ਜੇ। ਇੰਨਾ ਵੱਡਾ ਸਿਸਟਮ ਹੈ ਜੀ ਐਮਾਜ਼ੋਨ ਦਾ, ਭੁੱਖਮਰੀ ਵਾਲੇ ਦੇਸ਼ਾਂ ਤੱਕ ਸਮਾਨ ਪਹੁੰਚਾਉਂਦੇ ਆ, ਇੰਨਾ ਉਹਨਾਂ ਦਾ ਆਰਗੇਨਾਈਜ਼ ਸਿਸਟਮ ਹੈ। ਜਾਂ ਤਾਂ ਆਉਣ ਤੋਂ ਫਿਰ ਸਭ ਨੂੰ ਆਉਣ ਤੋਂ, ਸਭ ਲਈ ਖੋਲੋ। ਤਾਂ ਉਹੀ ਬਸ ਜੀ, ਦੋ ਤਿੰਨ ਘਰਾਣਿਆਂ ਨੂੰ ਜਿੱਥੋਂ ਮੈਂ ਡਿਕਟੇਟਰਸ਼ਿਪ ਤੋਂ ਗੱਲ ਚਲਾਈ ਸੀ, ਇਹ ਜਾ ਕੇ ਗੱਲ 2024 ਤੇ ਮੁੱਕਣੀ ਹੈ। ਕਿਸਾਨ ਅਮਿਤ ਇਹ ਕਹਿੰਦੇ, ਮਾਫ ਕਰਨਾ, ਕੇਂਦਰ ਸਰਕਾਰ ਅਮਿਤ ਬਾਰ-ਬਾਰ ਇੱਕੋ ਹੀ ਦਾਵਾ ਕਰ ਰਹੀ ਹੈ ਕਿ ਸਭ ਕੁਝ ਪਹਿਲਾਂ ਵਾਂਗੂ ਚੱਲੇਗਾ, ਉਵੇਂ ਹੀ ਮੰਡੀਆਂ ਚੱਲਣਗੀਆਂ, ਉਵੇਂ ਹੀ ਜਿਵੇਂ ਖਰੀਦੋ ਫਰੋਖਤ ਹੁੰਦੀ ਸੀ ਉਹ ਸਭ ਉਦਾਂ ਹੀ ਚੱਲੇਗਾ। ਜਦਕਿ ਕਿਸਾਨ ਤਾਂ ਇਹ ਸਮਝਦੇ ਨੇ ਕਿਉਂ ਇਹੋ ਜਿਹਾ ਬਿੱਲ ਆਉਣ ਦੀ ਕਦੀ ਵੀ ਕੋਸ਼ਿਸ਼ ਨਹੀਂ ਕੀਤੀ ਗਈ, ਜਾਂ ਹੁਣ ਵੀ ਨਹੀਂ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਕਿਸਾਨਾਂ ਨੂੰ ਸਿੱਧੇ ਤੌਰ ਦੇ ਉੱਤੇ ਫਾਇਦਾ ਹੋਵੇ। ਕਿਸਾਨਾਂ ਦੀ ਜਿਹੜੀ ਪੈਨਸ਼ਨ ਹੈ ਉਸ ਬਾਰੇ ਕੁਝ ਸੋਚਿਆ ਜਾਏ। ਜੇ ਕਿਸਾਨਾਂ ਨੇ ਆਪਣੇ ਹਿੱਸੇ ਦੇ ਵਿੱਚੋਂ ਹੀ ਆਪਣੀ ਇੰਸ਼ੋਰੈਂਸ, ਆਪਣੀ ਪੈਨਸ਼ਨ ਬਾਰੇ ਸੋਚਣਾ, ਤਾਂ ਫਿਰ ਕਾਹਦਾ ਫਾਇਦਾ? ਸੋ ਕੀ ਲੱਗਦਾ ਕਿ ਸਰਕਾਰ ਹੁਣ ਇਹੋ ਜਿਹਾ ਬਿੱਲ ਵੀ ਤਾਂ ਲਿਆ ਕੇ ਕੋਈ ਨਾ ਕੋਈ ਹੱਲ ਕੱਢ ਸਕਦੀ ਸੀਗੀ? ਜਿਹੜੇ ਖਾਸ ਤੌਰ ਤੇ ਨੌਜਵਾਨ ਹੈ ਉਹ ਕਿਵੇਂ ਦੇਖਦੇ ਨੇ ਇਸ ਗੱਲ ਨੂੰ? ਨੌਜਵਾਨਾਂ ਦਾ ਤਾਂ ਜੀ ਇਸ ਟਾਈਮ ਆਪਦੇ ਹੱਕ ਬਚਾਉਣ ਵੱਲ ਹੀ ਧਿਆਨ ਆ। ਉਹ ਇੰਨਾ ਲੰਬਾ ਅੱਗੇ ਪਿੱਛੇ ਦਾ ਖੈਰ ਸੋਚ ਹੀ ਨਹੀਂ ਰਹੇ। ਪਰ ਜਿਹੜਾ ਤੁਸੀਂ ਕਿਹਾ ਬਿੱਲ ਲਿਆਉਣ ਵਾਲੀ ਗੱਲ ਜੀ, ਬਿੱਲ ਤਾਂ ਦੇਖੋ, ਪੰਜਾਬ ਦੀ ਖੇਤੀ ਨੂੰ ਆਪਾਂ ਟੂ ਬੀ ਫਰੈਂਕ ਆਪਾਂ ਗੱਲ ਕਰੀਏ, ਖੇਤੀ 'ਚ ਪ੍ਰੋਬਲਮਾਂ ਪਹਿਲਾਂ ਵੀ ਬਹੁਤ ਸੀ। ਤੁਸੀਂ ਆ ਨਵੇਂ ਬਿੱਲ 'ਚ ਮੰਡੀ ਬੋਰਡ ਦੀ ਗੱਲ ਕਰ ਲਓ, ਇਹ ਕਹਿੰਦੇ ਵੀ ਪ੍ਰਾਈਵੇਟ ਖਰੀਦ ਆ, ਆਪਾਂ ਡਰਦੇ ਆ ਵੀ ਸਰਕਾਰੀ ਖਰੀਦ ਖਤਮ ਹੋ ਜੂ। ਪਰ ਤੁਹਾਨੂੰ ਕੀ ਲੱਗਦਾ ਵੀ ਸਰਕਾਰੀ ਖਰੀਦ 'ਚ ਸਭ ਕੁਝ ਠੀਕ ਚੱਲ ਰਿਹਾ ਸੀ? 2-3 ਕਿੱਲਿਆਂ ਵਾਲਾ ਜ਼ਿਮੀਂਦਾਰ ਤਾਂ ਅੱਜ ਵੀ ਬਲੈਕਮੇਲ ਹੁੰਦਾ ਸੀ ਜੀ। ਪਰ ਮੈਂ ਵਾਰ-ਵਾਰ ਹਰੇਕ ਜਗ੍ਹਾ ਤੋਂ ਇਹ ਮੁੱਦਾ ਚੱਕਦਾ ਵੀ ਜਦੋਂ ਸਰਕਾਰੀ ਮੰਡੀ ਬੋਰਡ ਸਰਕਾਰ ਦੇ ਹੱਥ 'ਚ ਹੁੰਦਾ, ਪਿੰਡਾਂ ਵਾਲਿਆਂ ਦਾ ਐਮਐਲਏ ਤੇ ਪ੍ਰੈਸ਼ਰ ਹੁੰਦਾ, ਐਮਐਲਏ ਦਾ ਸੀਐਮ ਤੇ ਪ੍ਰੈਸ਼ਰ ਹੁੰਦਾ, ਜਦੋਂ ਉੱਥੇ ਵੀ ਉੱਪਰ ਨੀਚਾ ਹੋ ਜਾਂਦਾ ਤਾਂ ਪ੍ਰਾਈਵੇਟ ਘਰਾਣੇ ਦਾ ਕੰਨ ਅਸੀਂ ਕਿੱਥੋਂ ਫੜਾਂਗੇ, ਜਿਨ੍ਹਾਂ ਨਾਲ ਲੈਣਾ ਦੇਣਾ ਹੀ ਨਹੀਂ ਗਾ। ਉਸੇ ਤਰੀਕੇ ਦਾ ਕਹਿ ਰਹੇ ਜੀ ਤੁਹਾਨੂੰ ਵੀ, ਜਿਹੜੇ ਇਹ ਬਿੱਲਾਂ ਤੋਂ ਪਹਿਲਾਂ ਵੀ ਸਾਡੇ ਕੋਲ ਕਈ ਕਮੀਆਂ ਸੀ, ਸਰਕਾਰ ਉਹ ਕਮੀਆਂ ਸੁਧਾਰ ਸੀ। ਪੰਜਾਬ ਤਾਂ ਇੱਥੇ 10 ਸਾਲ ਸਾਨੂੰ ਝੋਨੇ ਦਾ ਬਦਲ ਦੇ ਦਿਓ, ਸਾਡਾ ਪਾਣੀ ਮੁੱਕ ਜੂਗਾ, ਸਾਨੂੰ ਝੋਨੇ ਦਾ। ਇਹਨਾਂ ਨੇ ਕੋਈ ਇੱਥੇ ਚਾਹੀਦਾ ਸੀ, ਜੇ ਇਹਨਾਂ ਨੇ ਤਾਨਾਸ਼ਾਹੀ ਕਰਨੀ ਸੀ, ਹੋ ਸਕਦਾ ਲੋਕ ਅੱਜ ਪੰਜਾਬ ਦੇ ਲੋਕਾਂ 'ਚ ਇੱਕ ਡਿਸਪਿਊਟ ਹੁੰਦਾ ਜਾਂ ਡਿਬੇਟ ਹੁੰਦੀ ਵੀ ਨਹੀਂ ਯਾਰ ਸਰਕਾਰ ਸਹੀ ਕਰ ਰਹੀ ਹੈ। ਜੇ ਇਹਦੀ ਜਗ੍ਹਾ ਤੇ ਇਹੋ ਜਿਹੇ ਬਿੱਲ ਆਉਂਦੇ ਵੀ ਬਈ ਝੋਨਾ ਇੰਨੇ ਕਿੱਲੇ ਹੀ ਲੱਗੂਗਾ, ਉਹਦੀ ਪਰਮਿਸ਼ਨ ਮਿਲੂਗੀ, ਇਦੋਂ ਵੱਧ ਝੋਨਾ ਨਹੀਂ ਲੱਗੂਗਾ, ਫਲਾਨੀ ਫਸਲ ਲੱਗੂਗੀ, ਉਹਦੀ ਦੇਸ਼ ਨੂੰ ਜ਼ਰੂਰਤ ਹੈ ਤੇ ਉਹਦੇ ਤੇ ਅਸੀਂ ਤੁਹਾਨੂੰ ਇੰਨੀ ਐਮਐਸਪੀ ਦੇਵਾਂਗੇ। ਹੋ ਸਕਦਾ ਜੀ ਉਹ ਐਮਐਸਪੀ ਝੋਨੇ ਤੋਂ 100-200 ਰੁਪਇਆ ਥੱਲੇ ਵੀ ਹੁੰਦੀ, ਪਰ ਉੱਥੇ ਜੇ ਤੁਸੀਂ ਤਾਨਾਸ਼ਾਹੀ ਦਿਖਾਉਂਦੇ ਤਾਂ ਲੋਕ ਇੱਕ ਮੋਰੀ ਥਾਣੀ ਦੀ ਹੌਲੀ-ਹੌਲੀ ਲੰਘਦੇ, ਕਿਉਂਕਿ ਲੋਕਾਂ ਦੀ ਮਿੱਟੀ ਬਚਦੀ ਸੀ, ਲੋਕਾਂ ਦਾ ਪਾਣੀ ਬਚਦਾ ਸੀ। ਤੁਸੀਂ ਉਹਦਾ ਬਦਲ ਤਾਂ ਦੇ ਨਹੀਂ ਰਹੇ, ਪਰ ਜਿਹੜੇ ਲੋਕ ਉਹਦੇ ਤੋਂ ਰੋਟੀ ਖਾ ਰਹੇ, ਤੁਸੀਂ ਉਹਦੇ ਤੇ ਵੀ ਹੁਣ ਆਪਾਂ ਝੋਨਾ ਚਲੋ ਜਿਹੜੇ ਮਰਜ਼ੀ ਰੇਟ ਤੇ ਚੁਕਾਈਏ ਜੀ, ਯੂਪੀ ਬਿਹਾਰ ਵਾਲੇ 1100 ਨੂੰ ਚੁਕਾਉਂਦੇ ਆ, 900 ਨੂੰ ਚੁਕਾਉਂਦੇ ਆ, 1200 ਨੂੰ ਚੁਕਾਉਂਦੇ ਆ। ਆਪਣੇ ਦਾ ਫਾਹਾ ਲੈਣ ਵਾਲਿਆਂ ਦੀ ਪਰਸੈਂਟੇਜ ਡਬਲ ਹੋ ਜੂਗੀ ਜੀ, ਆਪਾਂ ਜੇ ਕੌੜੇ ਸ਼ਬਦਾਂ 'ਚ ਕਹੀਏ ਜੀ। ਬਿਲਕੁਲ, ਤਾਂ ਇਹ ਤਾਂ ਸਰਕਾਰ ਦਾ ਧਿਆਨ ਹੀ ਨਹੀਂ ਜੀ ਸਹੀ ਪਾਸੇ ਲੈ ਕੇ ਆਉਣ ਨੂੰ। ਇਹ ਤਾਂ ਬਸ ਉਹਨਾਂ ਦੇ ਹੱਥ 'ਚ ਦੇਸ਼, ਜਿੱਥੇ ਰੇਲਵੇ ਸਟੇਸ਼ਨ ਵਿਕਾਊ ਕਰਤੇ ਜੀ, ਜਿਹੜੇ ਮੈਂ ਅੱਗੇ ਹੱਸਦਾ ਹੁੰਦਾ, ਮੈਂ ਕਿਹਾ ਜਿਹੜੇ ਰੇਲਵੇ ਸਟੇਸ਼ਨਾਂ ਤੇ ਬੰਦੇ ਨੇ ਚਾਹ ਵੇਚੀ ਹੋਵੇ ਤੇ ਅੱਜ ਉਹੀ ਰੇਲਵੇ ਸਟੇਸ਼ਨਾਂ ਨੂੰ ਵੇਚੀ ਜਾਂਦਾ, ਤਾਂ ਇਹਨਾਂ ਤੋਂ ਆਪਾਂ ਕੁਝ ਵੀ ਐਕਸਪੈਕਟ ਨਹੀਂ ਕਰ ਸਕਦੇ। ਬਾਕੀ ਅਮੀਤ, ਇਹ ਗੱਲ, ਇਹ ਤਸਵੀਰ ਤਾਂ ਅਸੀਂ ਸ਼ੁਰੂ ਤੋਂ ਹੀ ਦੇਖ ਰਹੇ ਹਾਂ ਕਿ ਕਿਸਾਨਾਂ ਦੇ ਹਿੱਤ ਦੀ ਗੱਲ ਤਾਂ ਸ਼ੁਰੂ ਤੋਂ ਹੀ ਨਹੀਂ ਕਦੀ ਹੋਈ ਸੀਗੀ, ਕਿਉਂਕਿ ਨਾ ਕਦੀ ਖੁਦਕੁਸ਼ੀਆਂ ਰੁਕੀਆਂ। ਜੇ ਕੋਸ਼ਿਸ਼ ਕੀਤੀ ਵੀ ਥੋੜਾ ਬਹੁਤਾ ਕਿਸਾਨਾਂ ਨੂੰ ਕਦੀ ਵੀ ਜਿਹਨੂੰ ਚੋਗਾ ਕਹਿ ਸਕਦੇ ਹਾਂ, ਉਹ ਸਿਰਫ ਪਾ ਕੇ ਹਮੇਸ਼ਾ ਜਿਹੜਾ ਹੈ ਉਹਨਾਂ ਦਾ ਮੂੰਹ ਬੰਦ ਕਰਵਾ ਦਿੱਤਾ ਜਾਂਦਾ ਸੀਗਾ। ਔਰ ਸਰਕਾਰਾਂ ਅਸੀਂ ਬਣਦੀਆਂ ਵੀ ਦੇਖੀਆਂ, ਪਾਰਟੀਆਂ ਜਿੱਤਦੀਆਂ ਵੀ ਦੇਖੀਆਂ, ਔਰ ਇਹੀ ਸਾਰੀਆਂ ਪਾਰਟੀਆਂ ਸੀ ਜਿਹੜੀਆਂ ਕਿ ਲੋਕਾਂ ਦੇ ਨਾਲ ਦਾਅਵੇ ਕਰਦੀਆਂ ਸੀ, ਔਰ ਉਹੀ ਲੀਡਰ ਜਿਹੜੇ ਖੁਦ ਨੂੰ ਕਿਸਾਨ ਦਾ ਪੁੱਤ ਕਹਿ ਕੇ ਨੇ ਵੋਟਾਂ ਲੈਂਦੇ ਸੀਗੇ ਲੋਕਾਂ ਦੇ ਕੋਲੋਂ। ਔਰ ਅਸੀਂ ਪਿਛਲੇ ਦੌਰ ਦੇ ਵਿੱਚ ਦੇਖਿਆ, ਸ਼ਾਇਦ ਮੈਨੂੰ ਲੱਗਦਾ ਹੈ ਕਿ ਜਦੋਂ ਦੀ ਮੈਂ
ਖਬਰਾਂ ਪੜ੍ਹਦੀ ਸੀਗੀ, ਜਦੋਂ ਦੀ ਮੈਂ ਕੋਈ ਵੀ ਕਵਰੇਜ ਕਰਦੀ ਸੀਗੀ, ਤਾਂ ਉਸ ਦੌਰਾਨ ਸ਼ਾਇਦ ਹੀ 2 ਦਿਨ ਦਾ ਸਮਾਂ ਬਚਿਆ ਹੋਵੇ, 2 ਦਿਨਾਂ ਬਾਅਦ ਹੀ ਸਾਨੂੰ ਖਬਰ ਪੜ੍ਹਨੀ ਪੈਂਦੀ ਸੀ। ਅੱਜ ਇਹਲੇ ਕਿਸਾਨ ਨੇ ਖੁਦਕੁਸ਼ੀ ਕਰ ਲਈ, ਅੱਜ ਉਸ ਪਿੰਡ ਦੇ ਕਿਸਾਨ ਨੇ ਖੁਦਕੁਸ਼ੀ ਕਰ ਲਈ, ਔਰ ਅੱਜ ਇਸ ਪਿੰਡ ਦੇ ਵਿੱਚ ਇੰਨੀਆਂ ਮੌਤਾਂ ਖੁਦਕੁਸ਼ੀਆਂ ਕਰਨ ਦੀਆਂ ਖਬਰਾਂ ਸਾਹਮਣੇ ਆ ਗਈਆਂ ਨੇ। ਇਹ ਦੌਰ ਅਸੀਂ ਸ਼ੁਰੂ ਤੋਂ ਹੀ ਦੇਖਦੇ ਆਏ ਹਾਂ, ਔਰ ਅਮਿਤ ਹੁਣ ਕੀ ਦੇਖਿਆ ਜਾਏ, ਇਸ ਦੌਰ ਨੂੰ ਰੋਕਣਾ ਵੀ ਤਾਂ ਪਏਗਾ, ਇਸ ਬਾਰੇ ਵੀ ਤਾਂ ਸੋਚਣਾ ਪਏਗਾ। ਪਹਿਲੀ ਵਾਰ ਹੋਇਆ ਕਿ ਕਿਸਾਨ ਇਸ ਤਰੀਕੇ ਨਾਲ ਅੰਦੋਲਨ ਦੇ ਨਾਲ, ਕਿਸਾਨਾਂ ਦੇ ਨਾਲ ਪੂਰਾ ਆਵਾਮ ਜੁੜ ਗਿਆ ਤੇ ਕਿਤੇ ਨਾ ਕਿਤੇ ਇਸ ਸੰਘਰਸ਼ ਨੂੰ ਜਿਹੜਾ ਬਲ ਮਿਲ ਰਿਹਾ। ਸੋ ਹੁਣ ਇਹ ਚੀਜ਼ ਰੁਕਣੀ ਬਹੁਤ ਜ਼ਰੂਰੀ ਹੋ ਗਈ ਹੈ। ਬਿਲਕੁਲ ਜੀ, ਇਹਦਾ ਸਭ ਤੋਂ ਵੱਡਾ ਫਾਇਦਾ ਇਹੀ ਹੋਣਾ, ਆਪਾਂ ਪਹਿਲਾਂ ਵੀ ਇੱਕ ਜਗ੍ਹਾ ਇਸ ਨੂੰ ਰਿਪੀਟ ਕੀਤਾ ਵੀ ਜੋ ਅਵੇਅਰਨੈਸ ਕ੍ਰੀਏਟ ਕਰਤੀ ਇਸ ਅੰਦੋਲਨ ਨੇ, ਅੱਜ ਸਾਰਾ ਪੰਜਾਬ ਇੱਕ ਤਖਤੇ ਤੇ ਖੜਾ ਹੈ ਜੀ। ਜਦੋਂ ਇੱਕ ਤਖਤੇ ਤੇ ਖੜਾ ਤਾਂ ਜਿੱਥੋਂ ਤੁਹਾਡਾ ਸਵਾਲ ਸ਼ੁਰੂ ਹੁੰਦਾ, ਲੀਡਰਸ਼ਿਪ ਤੇ ਸਵਾਲ ਵੀ, ਪ੍ਰਸ਼ਨ ਚਿੰਨ੍ਹ ਵੀ ਤੇ ਉਂਗਲਾਂ ਵੀ ਉੱਠ ਰਹੀਆਂ। ਬਿਲਕੁਲ, ਮੈਂ ਇਹ ਦਿਨਾਂ ਤੋਂ ਇਹ ਗੱਲ ਕਹਿਣਾ ਜੀ ਵੀ ਸਾਡੇ ਆਪਣੇ ਆਪ ਦੇ ਨਹੀਂ ਹੋਏ। ਅੱਜ ਪਹਿਲਾਂ ਬਿਆਨ ਆਉਂਦਾ, ਚਲੋ ਜੀ ਰਾਜਨੀਤਿਕ ਉਸ ਪਰਿਵਾਰ ਨਾਲ ਤੇ ਨਿਭਾਇਆ ਤੇ ਸ਼ਾਇਦ ਆਉਣ ਵਾਲੇ ਟਾਈਮ 'ਚ ਵਿਰੋਧ ਨੂੰ ਡਟ ਕੇ ਨਿਭਾਵਾਂਗੇ। ਮੈਂ ਸਪੈਸ਼ਲੀ ਉਹਨਾਂ ਨੂੰ ਫਿਗਰ ਆਊਟ ਨਹੀਂ ਕਰ ਰਿਹਾ, ਪਰ ਉਹਨਾਂ ਦਾ ਬਿਆਨ ਆਇਆ ਵੀ ਮੈਂ ਤਾਂ ਇੱਥੇ ਆ ਬਿਮਾਰ ਹੋਣ ਕਰਕੇ, ਮੇਰੀ ਆਤਮਾ ਦਿੱਲੀ ਹੈ। ਸ਼ਾਇਦ ਤੁਸੀਂ ਪੜ੍ਹਿਆ ਹੋਵੇ। ਬਿਲਕੁਲ, ਮੈਂ ਬਹੁਤ ਛੋਟਾ ਜੀ, ਬਹੁਤ ਜ਼ਿਆਦਾ ਛੋਟਾ ਉਹਨਾਂ ਨੂੰ ਇਹ ਕੁਐਸਚਨ ਕਰਨ ਲਈ, ਪਰ ਉਹਨਾਂ ਕੋਲ ਜਵਾਬ ਨਹੀਂ ਹੋਣਾ ਵੀ ਜੇ ਤੁਹਾਡੀ ਆਤਮਾ ਅੱਜ ਤੋਂ ਬਹੁਤ ਸਾਲ ਪਹਿਲਾਂ ਦਿੱਲੀ ਵਾਲਿਆਂ ਕੋਲ ਗਹਿਣੇ ਰੱਖਦੀ ਸੀ ਤਾਂ ਅੱਜ ਤੁਹਾਡੀ ਆਤਮਾ ਇਕੱਲੀ ਉੱਥੇ ਹੈ। ਜੇ ਉਦੋਂ ਤੁਹਾਡੀ ਆਤਮਾ ਪੰਜਾਬ 'ਚ, ਤੁਹਾਡਾ ਸਰੀਰ ਵੀ, ਤੁਹਾਡੀ ਆਤਮਾ ਵੀ ਵੱਡੇ ਤਖਤੇ ਤੇ ਬੈਠੇ ਹੋਣਾ। 5 ਵਾਰ ਦਾ ਸੀਐਮ ਜੀ, ਉਹਦੀ ਨੂੰਹ ਨੂੰ ਅਸਤੀਫਾ ਦੇਣਾ ਪੈ ਜੇ ਸਿਰਫ ਆਪਦੀ ਪੰਜਾਬ 'ਚ ਸਾਖ ਬਚਾਉਣ ਨੂੰ। ਸਾਡੇ ਲੀਡਰਾਂ ਨੇ ਸਾਨੂੰ ਬੜੇ ਟਾਈਮ ਤੇ ਜਿੱਥੇ ਸਾਡੀ ਬਾਹ ਫੜਨੀ ਸੀ ਜੀ, ਸਾਡੀ ਬਾਹ ਛੱਡੀ ਗਈ ਉੱਥੇ। ਇੱਥੇ ਮੈਂ ਕਾਰਪੋਰੇਟ ਘਰਾਣਿਆਂ ਦੀ ਇੱਕ ਗੱਲ ਕਰੂੰਗਾ ਜੀ, ਕਿਉਂਕਿ ਤੁਸੀਂ ਉਹਨਾਂ ਮੁਲਕਾਂ 'ਚ ਰਹਿੰਦੇ ਹੋ ਜਿੱਥੇ ਲੋਕ ਬਿਜ਼ਨਸ ਨਾਲ ਬਿਜ਼ਨਸ ਨਾਲ ਆਪਦਾ ਜੀਵਨ ਜਿਉਂਦੇ ਆ। ਹਰੇਕ ਮੁੰਡਾ ਡਾਲਰਾਂ ਤੇ ਦਿਹਾੜ ਕਰਨ ਨਿਕਲਦਾ, ਕੋਈ ਤੁਹਾਡੇ ਵਾਂਗੂ ਕੰਮ ਕਰ ਰਿਹਾ ਹੈ ਹਨਾ, ਤੇ ਇੱਥੋਂ ਵਾਲਾ ਸਿਸਟਮ ਨਹੀਂਗਾ ਵੀ ਘਰੇ ਬੈਠੇ ਸਿਸਟਮ ਉਵੇਂ ਚੱਲ ਰਹੇ ਹੈ ਜਾਂ ਇਕੱਲੇ ਲੈਂਡਲੋਰਡ ਆ ਕੁਛ ਵੀ ਹਨਾ। ਉਹ ਕਿਉਂ ਹੈ ਜੀ? ਦੇਖੋ, ਹਰੇਕ ਬੰਦੇ ਨੂੰ ਪਤਾ ਵੀ ਬਿਜ਼ਨਸ 'ਚ ਪੈਸਾ। ਮੈਂ ਇਹ ਤੁਹਾਡੇ ਚੈਨਲ ਤੋਂ ਤਾਂ ਬੋਲ ਰਿਹਾ ਵੀ ਬਾਹਰਲੇ ਲੋਕਾਂ ਨੂੰ ਪਤਾ ਲੱਗੇ ਵੀ ਅੱਜ ਪੰਜਾਬ ਦਾ ਯੂਥ ਕਿੰਨਾ ਬਦਲ ਗਿਆ। ਅਸੀਂ ਕੈਪੀਟਲਿਜ਼ਮ ਦੇ ਖਿਲਾਫ ਨਹੀਂ ਗਏ, ਜੋ ਸਾਨੂੰ ਸ਼ੁਰੂ ਤੋਂ ਹਮੇਸ਼ਾ ਸਿਖਾਇਆ ਗਿਆ ਵੀ ਪੂੰਜੀਵਾਦੀ ਮਾੜੇ ਹੁੰਦੇ ਆ, ਪੂੰਜੀਵਾਦ ਆਏ ਆ। ਜੇ ਦੇਖੋ ਜੀ, ਮੇਰੇ ਏਰੀਏ 'ਚ ਕੋਈ ਟੈਂਡਰ ਨਿਕਲਦਾ ਤੇ ਮੈਂ ਅੱਜ ਕੋਈ ਸਪੋਜ਼ ਕਰੋ 200-250 ਏਕੜ ਦਾ ਮਾਲਕ ਹੋਵਾਂ, ਮੇਰੇ ਕੋਲ ਪੈਸਾ ਹੋਵੇ ਤਾਂ ਮੈਂ ਟੈਂਡਰ ਭਰੂੰਗਾ ਜੀ। ਮੇਰੇ ਕੋਲ ਓਪਰਚੁਨਿਟੀ ਹੈ, ਮੈਂ ਕਿਉਂ ਨਹੀਂ ਭਰਾਂਗਾ ਜੀ। ਅਸੀਂ ਕੈਪੀਟਲਿਜ਼ਮ ਦੇ ਖਿਲਾਫ ਨਹੀਂ, ਅਸੀਂ ਕਰੋਨੀ ਕੈਪੀਟਲਿਜ਼ਮ ਦੇ ਖਿਲਾਫ ਹੈ। ਮਾੜੀ ਗੱਲ ਕੀ ਹੈ ਵੀ ਜੇ ਅਮੀਤ ਸਿੰਘ ਟੀਮੇ ਦੀ ਜੂਸ ਦੀ ਦੁਕਾਨ ਹੈ ਤੇ ਮੇਰੀ ਐਮਐਲਏ ਨਾਲ ਸੈਟਿੰਗ ਹੈ ਤੇ ਐਮਐਲਏ ਦੂਜਿਆਂ ਦੇ ਡੰਡੇ ਮਾਰੇ ਵੀ ਹੋਰ ਕੋਈ ਜੂਸ ਦੀ ਦੁਕਾਨ ਨਹੀਂ ਖੋਲੂਗਾ ਬਈ, ਇਹਦਾ ਇਕੱਲੇ ਦਾ ਵਿਕੂਗਾ। ਧੰਦਾ ਕਰਨਾ, ਹਰੇਕ ਧੰਦਾ ਕਰੋ। ਤੋਂ ਤੁਸੀਂ ਕੰਪਨੀਆਂ ਨੂੰ ਰਾਹ ਖੋਲੋਗੇ। ਹੁਣ ਹਰੇਕ ਬੰਦਾ, ਤੁਸੀਂ ਵੀ ਸੁਣਦੇ ਹੋਗੇ ਜੀ, ਮੋਗੇ ਵਾਲੇ ਸ਼ੈਲੋ ਦੀ ਗੱਲ ਕਰਦਾ ਵੀ ਅਡਾਨੀ ਦਾ ਐਡਾ ਵੱਡਾ ਸ਼ੈਲੋ ਉੱਥੇ। ਪਹਿਲੇ ਮੈਂ ਕਹਿਣਾ ਵੀ ਸ਼ੈਲੋ ਕੀ ਹੈ ਜੀ? ਸ਼ੈਲੋ ਇੱਕ ਟਰਾਲਾ ਹੈ ਤੇ ਸ਼ੈਲਰ ਇੱਕ ਛੋਟੀ ਪਿਕਅਪ ਗੱਡੀ ਹੈ। ਤੇ ਇਹਦਾ ਮਤਲਬ ਫਿਰ ਸ਼ੈਲਰਾਂ ਵਾਲੇ ਬੰਦੇ ਵੀ ਮਾੜੇ ਹੋ ਗਏ। ਸ਼ੈਲਰ ਤਾਂ ਜੀ ਸਾਰੇ ਜ਼ਿਮੀਂਦਾਰ ਭਰਾਵਾਂ ਦੇ ਆ। ਗੱਲ ਇਹ ਨਹੀਂ, ਗੱਲ ਇਹ ਹੈ ਵੀ ਤੁਸੀਂ ਉਹਨਾਂ ਨੂੰ ਐਂਟਰ ਕਿਹਨੇ ਕਰਵਾਇਆ? ਜਿੱਦਣ ਉਹ ਪੰਜਾਬ 'ਚ ਆ ਰਹੇ ਸੀ, ਕਿੰਨਾ ਚੰਗਾ ਸੀ ਜੇ ਸਾਡੀ ਸਰਕਾਰ ਮੋਗੇ ਜ਼ਿਲ੍ਹੇ 'ਚ ਆਏ, ਉਹ ਮੋਗਾ, ਫਰੀਦਕੋਟ, ਜਗਰਾਉਂ, ਲੁਧਿਆਣਾ ਆਸੇ ਪਾਸੇ ਲੱਗਦੇ ਏਰੀਆ ਨੂੰ ਉੱਥੇ ਸੱਦਦੇ ਨੁਮਾਇੰਦਿਆਂ ਨੂੰ, ਉਹਨਾਂ ਨੂੰ ਪੁੱਛਦੇ ਵੀ ਯਾਰ ਇੱਥੇ ਏਡੀ ਵੱਡੀ ਚੀਜ਼ ਆ ਰਹੀ ਹੈ, ਆਪਣੇ ਲੋਕਾਂ ਕੀ ਫਾਇਦਾ ਹੋ ਸਕਦਾ। ਨਹੀਂ ਹੋ ਸਕਦਾ ਤਾਂ ਤੁਸੀਂ ਪਿੰਡ ਜਾ ਕੇ ਪੁੱਛੋ। ਜਿੱਦਣ ਇਹ ਦੇਸ਼ ਬਣਿਆ 1947 'ਚ, ਜੇ ਉਦੋਂ ਇਹ ਪ੍ਰੈਕਟਿਸ ਹੋ ਸਕਦੀ ਹੈ ਜੀ ਉਦੋਂ ਜਵਾਹਰ ਲਾਲ ਨਹਿਰੂ ਓਪੋਜੀਸ਼ਨ ਪਾਰਲੀਮੈਂਟ 'ਚ ਬਹਾ ਸਕਦਾ, ਉਹਨਾਂ ਦੇ ਸੁਝਾਅ ਲੈ ਕੇ ਦੇਸ਼ ਖੜਾ ਕਰ ਸਕਦਾ। ਦੇਖੋ, ਪੰਜਾਬ 'ਚ ਚਾਹੇ ਜਵਾਹਰ ਲਾਲ ਨਹਿਰੂ ਨੂੰ ਆਪਾਂ ਨਿੰਦਗੇ ਚਾਹੇ ਪ੍ਰੇਜ਼ ਕਰੀਏ, ਆਪਾਂ ਇੱਕ ਚੀਜ਼ ਤੋਂ ਕਦੇ ਨਹੀਂ ਭੱਜ ਸਕਦੇ ਵੀ ਜਿੱਦਣ ਉਹ ਬੰਦੇ ਨੂੰ ਦੇਸ਼ ਮਿਲਿਆ ਸੀ, ਉਦੋਂ ਬਾਅਦ ਇੱਥੇ IITs, ਏਮਜ਼, IIMs, ਹਰ ਚੀਜ਼ ਉਹਨੇ ਖੋਲਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਉਹਨੇ ਆਪਦੇ ਓਪੋਜੀਸ਼ਨ ਨੂੰ ਵੀ ਪੁੱਛਿਆ। ਉਦੋਂ ਇਹ ਪੁੱਛਦੇ ਕਰਦੇ, ਲੋਕਾਂ ਨੂੰ ਪਤਾ ਤਾਂ ਲੱਗਦਾ ਨਾ ਜੀ ਸਾਡੇ ਕੀ ਹੁੰਦਾ। ਇੱਕਦਮ ਪਤਾ ਲੱਗਦਾ ਵੀ ਹੋ ਗਈ, ਫਿਰ ਪਤਾ ਲੱਗਦਾ ਹਿੱਸਾ ਦਾ ਤਾਂ ਮਤਲਬ ਵੀ ਧੰਦੇ ਵਾਲੇ ਬੰਦੇ ਨਹੀਂ ਕਹਿ ਸਕਦੇ। ਤੁਸੀਂ ਅੱਜ ਚੈਨਲ ਤੇ ਬੈਠੇ ਹੋ, ਤੁਹਾਡੀ ਕਰਿਆਨੇ ਦੀ ਦੁਕਾਨ ਵੀ ਹੁੰਦੀ ਵੈਨਕੂਵਰ 'ਚ, ਕੈਨੇਡਾ 'ਚ, ਜਿੱਥੇ ਵੀ ਤੁਸੀਂ ਰਹਿੰਦੇ ਹੋ। ਜੇ ਤੁਹਾਡੇ ਕੋਲ ਪਹਿਲਾਂ ਹੀ 100 ਪੈਕਟ ਬਿਸਕੁਟਾਂ ਦਾ ਜੀ ਹਜੇ ਉਹ ਵਿਕਿਆ ਨਹੀਂ, ਤੁਸੀਂ ਦੂਜਾ ਕਿਉਂ ਖਰੀਦੋਗੇ? ਧੰਦੇ ਵਾਲਾ ਬੰਦਾ ਤਾਂ ਧੰਦੇ ਦੇ ਹਿਸਾਬ ਨਾਲ ਸੋਚੂਗਾ। ਪਰ ਗੱਲ ਇਹ ਹੈ ਵੀ ਜਿਨ੍ਹਾਂ ਨੂੰ ਅਸੀਂ ਜਿਤਾ ਕੇ ਭੇਜਿਆ, ਵੀ ਜਿੰਨਾ ਕਰਕੇ ਧੰਦਾ ਸਹੀ ਹੋਣਾ ਚਾਹੀਦਾ, ਉਹ ਅੱਜ ਸਾਡੇ ਨਾਲ ਨਹੀਂ ਖੜੇ। ਅੱਜ ਉਹਨਾਂ ਨੇ ਖਰੀਦ ਲਿਆ। ਤੁਸੀਂ ਇੱਕ ਲਾਈਨ ਬੋਲੀ ਸੀ ਕਿਸਾਨ ਦੇ ਪੁੱਤ ਵਾਲੀ, ਪਾਰਲੀਮੈਂਟ 'ਚ ਚਲੇ ਜਾਓ ਜੀ, 70% MP ਇਹ ਕਹਿ ਕੇ ਵੋਟਾਂ ਲੈਂਦੇ ਆ ਵੀ ਮੈਂ ਤੁਹਾਡੇ ਵਰਗਾ, ਮੈਂ ਕਿਸਾਨ ਦਾ ਪੁੱਤ, ਬਿਲਕੁਲ ਮੈਂ ਕਿਸਾਨੀ ਪਰਿਵਾਰ ਨਾਲ ਉੱਥੇ ਹਾਂਜੀ ਪੀ ਕੇ ਉੱਥੇ 1 ਰੁਪਏ ਦਾ ਚਾਹ ਦਾ ਕੱਪ ਤੇ ਰੁਪਏ ਦਾ ਸਮੋਸਾ। ਪਤਾ ਨਹੀਂ MP ਕੰਟੀਨ ਦੇ ਸਮਾਨ 'ਚ ਕੀ ਜਾਦੂ ਹੈ ਜੀ। ਇਹ ਕਿਸਾਨਾਂ ਦੇ ਪੁੱਤ, ਉਹਨਾਂ ਨੂੰ 5-5 ਸਾਲ ਯਾਦ ਨਹੀਂ ਆਉਂਦੇ।
ਇਹੀ ਕਿਸਾਨਾਂ ਦਾ ਸੌਦਾ ਉਸ ਪਾਰਲੀਮੈਂਟ 'ਚ ਬੈਠ ਕੇ ਕੀਤਾ ਜਾਂਦਾ। ਤੁਸੀਂ ਇਹ ਦੇਖੋ ਵੀ ਐਡੇ ਵੱਡੇ ਬਿੱਲ ਆਉਣੇ ਸੀ, ਕਿਸਾਨੀ ਬਿੱਲ ਆਉਣੇ ਸੀ, ਬੀਜੇਪੀ ਦੇ ਕਿਸੇ ਐਮਪੀ ਦੀ ਜ਼ਰੂਰਤ ਨਹੀਂ ਵੀ ਉਹਨੇ ਕਹਿਤਾ ਹੋਵੇ ਵੀ ਆਪਾਂ ਕੋਵਿਡ ਵੇਟ ਕਰ ਲਈਏ। ਜਦੋਂ ਸੈਸ਼ਨ ਖੁੱਲਦਾ ਆਪਾਂ ਪ੍ਰੋਪਰ ਡਿਬੇਟ ਕਰੀਏ, ਲੋਕਾਂ ਨੂੰ ਪਤਾ ਲੱਗੇ ਆਪਾਂ ਉਹਨਾਂ ਦਾ ਭਲਾ ਕਰ ਰਹੇ ਹਾਂ ਜੀ। ਪੂਰੇ ਵਰਲਡ 'ਚ ਜਿੱਥੇ ਮਰਜ਼ੀ ਚਲੇ ਜਾਓ ਜੀ, ਚਾਹੇ ਬਰਾਕ ਓਬਾਮਾ ਤੋਂ ਸ਼ੁਰੂ ਕਰ ਲਓ, ਉਦੋਂ ਬਾਅਦ ਡੋਨਾਲਡ ਟਰੰਪ ਤੋਂ, ਜਸਟਿਨ ਟਰੂਡੋ ਤੋਂ, ਸਟੀਵਨ ਹਾਰਪਰ ਤੋਂ, ਜਿਹਦਾ ਮਰਜ਼ੀ ਨਾਮ ਲੈ ਲਓ, ਚਾਹੇ ਉਹ ਬੰਦਾ ਸੱਚਾ ਹੈ ਚਾਹੇ ਉਹ ਬੰਦਾ ਮਾੜਾ ਹੈ। ਮੈਂ ਪੋਲਿਟਿਕਸ 'ਚ ਅੱਜ ਤਾਈਂ ਇਹੋ ਜਿਹਾ ਬੰਦਾ ਨਹੀਂ ਦੇਖਿਆ ਜੀ ਜਿਹੜਾ ਲੋਕਾਂ ਦਾ ਭਲਾ ਕਰ ਰਿਹਾ ਹੋਵੇ ਪਰ ਉਹ ਢੋਲ ਨਾ ਵਜਾਵੇ। ਮਾੜਾ ਬੰਦਾ ਐਂ ਬਚਾਉਂਦਾ ਵੀ ਯਾਰ ਮੈਂ ਬਹੁਤ ਮਾੜੇ ਕੰਮ ਕੀਤੇ ਆ, ਆਹ ਚੰਗਾ ਕਰਨਾ, ਇਹ ਦੱਸ ਕੇ ਕਰੀਏ। ਚੰਗਾ ਬੰਦਾ ਐਂ ਸਾਖ ਬਚਾਉਂਦਾ ਵੀ ਯਾਰ ਜਦੋਂ ਆਪਾਂ ਮਾੜੇ ਕੰਮ ਤਾਂ ਕਰਦੇ ਹੀ ਨਹੀਂ ਤੇ ਲੋਕਾਂ ਦਾ ਭਲਾ ਕਰਨ ਲੱਗੇ ਆਪਾਂ ਦੱਸ ਕੇ ਕਰੀਏ। ਇਹ ਪਹਿਲੀ ਵਾਰ ਹੋਇਆ ਵੀ ਇਹ ਕਹਿ ਰਹੇ ਆ ਸਾਰੇ ਦੇਸ਼ ਦਾ ਭਲਾ ਹੈ ਤੇ ਇਹਨਾਂ ਨੇ ਚੁੱਪਚਾਪ ਰਾਤੇ ਰਾਤ ਬਿੱਲ ਭੜਕਾਤਾ ਪਾਰਲੀਮੈਂਟ 'ਚ ਕੋਵਿਡ ਦਾ ਫਾਇਦਾ ਲੈ ਕੇ। ਤੁਹਾਨੂੰ ਨਹੀਂ ਲੱਗਦਾ ਜੀ ਇਹਦੇ 'ਚ ਇੰਨੇ ਦੇਸ਼ ਦਾ ਫਾਇਦਾ ਹੁੰਦਾ ਤਾਂ ਇਹਨਾਂ ਨੇ ਢੋਲ ਕੁੱਟ ਕੇ ਕਰਨਾ ਸੀ? ਬਿਲਕੁਲ। ਅਮਿਤ ਸਿੰਘ ਖੁੱਡੀਆ ਜੀ, ਮੈਂ ਤੁਹਾਡੀ ਸਟੇਟਮੈਂਟ ਵੀ ਸੁਣੀ ਸੀਗੀ ਜਿਸ ਵਿੱਚ ਤੁਸੀਂ ਇਹ ਗੱਲ ਕਹਿ ਰਹੇ ਸੀਗੇ ਕਿ ਅੰਬਾਨੀ ਅਡਾਨੀ ਜਦੋਂ ਵੀ ਕੋਈ ਫੈਸਲੇ ਕਰਦੇ ਨੇ, ਉਹਨਾਂ ਦੀ ਸਟੇਟਮੈਂਟ ਵੀ ਸੀਗੀ ਅੰਬਾਨੀ ਦੀ ਕਿ ਜਦੋਂ ਕੋਈ ਅਸੀਂ ਡਿਸੀਜ਼ਨ ਲੈਣਾ ਹੁੰਦਾ ਅਸੀਂ ਆਪਣੇ ਬੱਚਿਆਂ ਦੇ ਵਿੱਚ ਬੈਠਦੇ ਹਾਂ ਔਰ ਉਹਨਾਂ ਤੋਂ ਸਾਨੂੰ ਬੜੇ ਸਾਰੇ ਆਈਡੀਆਜ਼ ਮਿਲਦੇ ਆ ਤੇ ਉਹ ਆਈਡੀਆ ਜਿਹੜੇ ਨੇ ਉਹ ਇੰਪਲੀਮੈਂਟ ਵੀ ਉਹ ਕਰਦੇ ਨੇ ਕਿਉਂਕਿ ਉਹ ਬਹੁਤ ਵਧੀਆ ਹੁੰਦੇ ਨੇ। ਸੋ ਜਦੋਂ ਹੁਣ ਇਦਾਂ ਦੇ ਕਾਨੂੰਨ ਪਾਸ ਕਰਨੇ ਹੁੰਦੇ ਨੇ, ਇਦਾਂ ਦੇ ਬਿੱਲ ਜਦੋਂ ਲਿਆਣੇ ਹੁੰਦੇ ਨੇ ਤਾਂ ਲੋਕਾਂ ਤੋਂ ਕਿਉਂ ਨਹੀਂ ਪੁੱਛਿਆ ਜਾਂਦਾ? ਡੈਮੋਕ੍ਰੇਸੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੇ, ਲੋਕਤੰਤਰ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਕਿ ਲੋਕਾਂ ਦੀ ਜਿਹੜੀ ਰਾਏ ਲੈਣੀ ਹੈ ਉਹ ਬਹੁਤ ਜ਼ਰੂਰੀ ਹੈ ਕਿ ਲੋਕ ਕੀ ਚਾਹੁੰਦੇ ਨੇ, ਉਹਨਾਂ ਦੀ ਇਹਦੇ 'ਤੇ ਕੀ ਰਾਏ ਹੈ। ਅਸੀਂ ਬਹੁਤ ਸਾਰੇ ਹੁਣ ਤੱਕ ਫੈਸਲੇ ਦੇਖੇ, ਚਾਹੇ ਉਹ ਨੋਟਬੰਦੀ ਦਾ ਹੋਵੇ, ਚਾਹੇ ਸੀਏ ਦੀ ਗੱਲ ਕਰ ਲਈਏ ਅਸੀਂ, ਧਾਰਾ 370, ਜਦੋਂ ਵੀ ਇਸ ਤਰੀਕੇ ਦੇ ਫੈਸਲੇ ਆਏ ਨੇ ਤਾਂ ਉਹ ਅਚਾਨਕ ਹੀ ਸਾਹਮਣੇ ਆਏ ਆ, ਕਦੀ ਲੋਕ ਰਾਏ ਪੁੱਛੀ ਨਹੀਂ ਗਈ ਉਸ ਦੇ ਵਿੱਚ, ਤਾਂ ਕਿੱਥੇ ਗਿਆ ਫਿਰ ਲੋਕਤੰਤਰ? ਲੋਕਤੰਤਰ ਤਾਂ ਜੀ ਇਹਨਾਂ ਨੇ ਵਧਦੀ ਹੈ। ਮੈਂ ਤਾਂ ਕੋਈ ਐਡੀ ਕੋਈ ਸੈਲੀਬ੍ਰਿਟੀ ਵੀ ਨਹੀਂ ਜਾਂ ਐਡੇ ਲੀਡ ਕੀਤੀ ਵੀ ਆਪਦੇ ਬੇਟੇ ਬੈਠਦੇ ਆ ਕਰਦੇ ਹਨਾ। ਤੁਸੀਂ ਉਹਨੂੰ ਸੁਣਿਆ ਤਾਂ ਚਲੋ ਤੁਸੀਂ ਉਸ ਚੀਜ਼ ਨਾਲ ਕਨੈਕਟ ਵੀ ਕਰ। ਅਮੀਰੀ ਤੇ ਗਰੀਬੀ ਦਾ ਫਾਸਲਾ ਇੰਨਾ ਜ਼ਿਆਦਾ ਵੱਧਦਾ ਜੀ ਵੀ ਅਸੀਂ ਆਮ ਲੋਕਾਂ ਨਾਲ ਕਨੈਕਟ ਨਹੀਂ ਕਰ ਪਾ ਰਹੇ। ਤੁਹਾਡੇ ਸਟੈਂਡਰਡਸ ਤੇ ਆਮ ਸਟੈਂਡਰਡਸ ਜਿਹੜੇ ਨੇ ਪੋਲਿਟਿਕਸ ਨੇ 5-7 ਰਾਈਟ ਲੈਫਟ ਐਂਡ ਕਾਰਪੋਰੇਟ, ਮੈਂ ਫਿਲਮ ਇੰਡਸਟਰੀ ਲਾ ਲਓ ਜੀ, ਕਿਸੇ ਤਰੀਕੇ ਦਾ ਲਾ ਲਓ, ਜਿਹੜੇ ਉੱਪਰਲੇ 20-25 ਬੰਦੇ ਆ ਜੀ, ਉਹਨਾਂ ਦਾ ਤੇ ਆਮ ਲੋਕਾਂ ਦਾ ਫਾਸਲਾ ਇੰਨਾ ਕੁ ਜ਼ਿਆਦਾ ਵੱਧ ਗਿਆ ਵੀ ਉਹਨਾਂ ਦੀਆਂ ਰੂਹਾਂ, ਉਹਨਾਂ ਦੀ ਸੋਚ, ਉਹਨਾਂ ਦੇ ਬਿਰਤਾਂਤ ਰਚਨ ਦੇ ਤਰੀਕੇ ਆਪਸ ਚ ਕਨੈਕਟ ਹੀ ਨਹੀਂ ਕਰ ਰਹੇ ਜੀ। ਜਦੋਂ ਆਪਾਂ ਕਨੈਕਟ ਹੀ ਨਾ ਕਰਾਂਗੇ, ਮੈਂ ਇੱਕ ਛੋਟੇ ਮਾਈਕਰੋ ਇਕਨੋਮਿਕਸ ਤੋਂ ਤੁਹਾਨੂੰ ਉਦਾਹਰਨ ਦਿੰਦਾ, ਜੇ ਆਪਾਂ ਇੱਕ ਛੋਟੇ ਪਰਿਵਾਰ ਚ ਵੀ ਹਾਂ ਜੀ ਤੇ ਪਰਿਵਾਰ ਦੇ ਨਾਲ ਆਪਦੇ ਪੁੱਤ ਲਾ ਲਓ ਜਾਂ ਔਰਤਾਂ ਨਾਲ ਕਨੈਕਟ ਹੀ ਨਹੀਂ ਕਰ ਰਿਹਾ ਤਾਂ ਕਿਵੇਂ ਪਤਾ ਲੱਗੂ? ਇਹ ਜਿਹੜਾ ਅਮੀਰੀ ਗਰੀਬੀ ਦਾ ਫਾਸਲਾ ਨੁਮਾਇੰਦੇ, ਇਹ ਤੁਹਾਡੇ ਚੈਨਲ ਤੋਂ ਜੀ ਸਾਰੇ ਸਰੋਤੇ 2022 ਬਹੁਤਾ ਦੂਰ ਨਹੀਂ ਵੀ ਬੜਾ ਵੱਧ ਚੜ ਕੇ ਆਪਦੇ ਇਲੈਕਸ਼ਨ 'ਚ ਹਿੱਸਾ ਲੈਂਦੇ ਆ। ਡਰਦਾ ਅਗਲਿਆਂ ਦੇ ਥੋੜੀ ਜਿਹੀ ਵੀ ਲੱਗਦਾ ਤਾਂ ਪਰ ਭੇਜਾਂ ਨੂੰ ਵੀ ਕਹੂੰਗਾ ਵੀ ਏਰੀਆ ਵਾਈਜ਼ ਬੰਦੇ ਚੁਣੋ। 117 ਹਲਕੇ ਆ, ਚਾਹੇ ਕੋਈ ਬੰਦਾ ਕਿਸੇ ਵੀ ਝੰਡੇ ਤੇ ਹੈ, ਜਿੰਨਾ ਚਿਰ ਬੰਦੇ ਤੁਹਾਡੇ ਵਿੱਚੋਂ ਨਿਕਲ ਕੇ ਨਹੀਂ ਆਉਣਗੇ, ਜਿੰਨਾ ਚਿਰ ਤੁਸੀਂ ਉਹ ਲੋਕਾਂ ਨੂੰ ਨਹੀਂ ਪਛਾਣੋਗੇ ਜਿਨ੍ਹਾਂ ਨੂੰ ਸੱਥ ਤੋਂ ਲੈ ਕੇ ਪਾਰਲੀਮੈਂਟ ਤੱਕ ਕਨੈਕਟਰ ਨੇ। ਮੈਂ ਨਹੀਂ ਕਹਿੰਦਾ ਹਰ ਬੰਦੇ ਨੂੰ ਪੂਰੀ ਨੌਲੇਜ ਹੋਣੀ ਚਾਹੀਦੀ ਹੈ। ਜਿਹੜਾ ਮੇਰੇ ਖੁੱਡੀਆਂ ਪਿੰਡ ਦੀ ਇੱਕ ਗਲੀ ਤੋਂ ਲੈ ਕੇ ਤੇ ਉਹ ਪਾਰਲੀਮੈਂਟ ਐਨੈਕਸੀ ਦੀ ਸੜਕ ਤੱਕ ਜਾ ਕੇ ਕੁਝ ਕਨੈਕਟ ਕਰ ਸਕਦਾ ਜੀ, ਜਿੰਨਾ ਚਿਰ ਉਹੋ ਜਿਹੀਆਂ ਆਪਾਂ ਐਗਜ਼ਾਮਪਲ ਆਪਾਂ ਉਹਨਾਂ ਨੂੰ ਜਿੱਤਾ ਕੇ ਉੱਥੇ ਨਹੀਂ ਭੇਜਾਂਗੇ, ਉਹਨਾਂ ਚਿਰ ਆਪਾਂ ਨੂੰ ਇਹ ਦਿੱਕਤਾਂ ਆਉਂਦੀਆਂ ਰਹਿਣਗੀਆਂ। ਇਹ ਵੀ ਦੇਖੋ ਜੇ ਕੱਟਣ ਵਾਲੇ ਹੁੰਦੇ ਆ ਵੀ ਜਿੱਤਣ ਤੋਂ ਬਾਅਦ ਐਂ ਹੋ ਜਾਂਦੇ ਆ। ਮੈਂ ਕਿਹਾ ਯਾਰ ਇੱਕ ਵਾਰੀ ਪ੍ਰਥਾ ਤਾਂ ਚਲਾਈਏ ਨਾ, ਉਹ ਬੰਦੇ ਨੂੰ ਦੁਬਾਰੇ ਮੌਕਾ ਹੀ ਨਾ ਦਿਓ। ਜੇ ਲੋਕ ਪਹਿਲੀ ਵਾਰ 5-7 ਸਾਲ ਇਕੱਠੇ ਹੋ ਜਾਣ ਨਾ ਜੀ। ਤੁਸੀਂ ਅੰਬਾਨੀ ਦੀ ਗੱਲ ਤੋਂ ਸ਼ੁਰੂ ਕੀਤਾ, ਮੈਂ ਉੱਥੇ ਵੀ ਇਹ ਬੋਲਿਆ ਸੀ, ਤੁਸੀਂ ਸੁਣਿਆ ਹੋਊਗਾ ਵੀ ਜਿਹੜਾ ਦੇਸ਼ ਆਪਦੇ ਬਚਪਨ 'ਚ ਫਿਊਚਰ ਦੇਖਦਾ, ਆਪਦੀ ਜਵਾਨੀ 'ਚ ਫਿਊਚਰ ਦੇਖਦਾ, ਉਹ ਕਾਮਯਾਬ ਹੁੰਦਾ। ਤੁਸੀਂ 1960s ਦਾ ਸਿੰਗਾਪੁਰ ਦੇਖ ਲਓ, 50s ਦਾ ਸਿੰਗਾਪੁਰ ਦੇਖ ਲਓ ਤੇ ਅੱਜ ਦਾ ਸਿੰਗਾਪੁਰ ਦੇਖ ਲਓ ਜੀ। ਜ਼ਮੀਨ ਆਸਮਾਨ ਦਾ ਫਰਕ ਆ ਉਹਦੇ ਵਿੱਚ। ਉਹ ਕਿਵੇਂ ਹੋਇਆ? ਇੱਕ ਜਨਰੇਸ਼ਨ ਨੇ ਮੈਂ ਇੱਥੇ ਪੂਰੇ ਇੰਡੀਆ ਦੀ ਗੱਲ ਨਹੀਂ ਕਰ ਰਿਹਾ ਜੀ। ਜੇ ਸਿੰਗਾਪੁਰ ਛੋਟਾ ਤਾਂ ਫਿਰ ਪੰਜਾਬ ਦੀ ਕਿੱਡਾ ਹੈਗਾ? ਅਸੀਂ ਪੰਜਾਬ ਨਾਲ ਤਾਂ ਖੜੀ ਹੈ ਨਾ, ਅਸੀਂ ਪੰਜਾਬ ਲਈ ਤਾਂ ਬਣਾਈਏ। ਜੇ ਅਸੀਂ ਪੰਜਾਬ ਨੂੰ ਠੀਕ ਕਰੋ ਲਈ ਜੇ ਜ਼ਹਿਰ ਤਾਂ ਅੰਮ੍ਰਿਤ ਵੀ ਸਾਨੂੰ ਦੇਖ ਕੇ ਹੋਰ ਬਣਨਾ ਠੀਕ ਹੋ। ਜੀ ਟੀਮਾ ਜੀ, ਕਿ ਅੱਜ ਦਾ ਜਿਹੜਾ ਨੌਜਵਾਨ ਹੈ, ਖਾਸ ਕਰਕੇ ਜਿਹੜਾ ਇਸ ਅੰਦੋਲਨ, ਇਸ ਸੰਘਰਸ਼ ਦੇ ਵਿੱਚ ਨਾਲ ਖੜਾ ਹੋਇਆ, ਕਿ ਉਹ
ਸਿਆਸਤ ਦੇ ਮਾਇਨੇ ਕੁਝ ਬਦਲ ਸਕਦਾ ਹੈ, ਤੁਹਾਨੂੰ ਲੱਗਦਾ ਹੈ? ਬਿਲਕੁਲ ਜੀ, ਉਹਨਾਂ ਵਿੱਚ ਖੁਸ਼ੀ ਹੁੰਦੀ ਹੈ, ਉਹ ਕਰੈਕਟਰ ਆਪਣਾ ਮੈਂ ਉਹਨਾਂ ਨੂੰ ਗੱਲਾਂ ਕਰਦੇ ਦੇਖਿਆ ਯਾਰ ਵੀ ਅੱਜ ਫਲਾਨਾ ਬਾਈ ਬੋਲਣ ਆਊਗਾ, ਅੱਜ ਫਲਾਨਾ ਐ ਹੋਊਗਾ, ਯਾਰ ਅੱਜ ਫਲਾਨਾ ਬੰਦਾ ਗੱਲ ਕਰੂਗਾ। ਇਹਦਾ ਮਤਲਬ ਉਹ ਕਨੈਕਟ ਕਰ ਰਹੇ ਆ ਵੀ ਅਸੀਂ ਆਪਦੇ ਫੋਨਾਂ ਚੋਂ, ਅਸੀਂ ਆਪਦੇ ਰਿਵਾਜ ਚੋਂ, ਇੱਕ ਯੂਨੀਵਰਸਿਟੀਆਂ ਦੀ ਉਸ ਆਪਦੇ ਹੱਕਾਂ ਚ ਵੀ ਉਤਰਦੇ ਆ। ਦੂਜਾ ਜੀ ਸਪੋਰਟ ਕਰੀ ਮੀਡੀਆ, ਬਹੁਤ ਸਪੋਰਟ ਦੀ ਮੀਡੀਆ ਨੇ ਯੂਥ ਨੂੰ ਉਹਨਾਂ ਦੀਆਂ ਕੇਸਰੀ ਦਾ ਥੋੜਾ ਜਿਹਾ ਕਟਲ ਮੋੜਨੀ, ਉੱਥੇ ਅਸੀਂ ਇਹ ਚੀਜ਼ਾਂ ਨੂੰ ਚੱਕਦੇ ਹਾਂ ਜੀ। ਮੈਂ ਆਪ ਵੀ ਕੁੰਡਲੀ ਬਾਰਡਰ ਦੀ ਸਟੇਜ ਤੋਂ ਇਹ ਚੀਜ਼ ਜਿੰਨੀ ਕੁ ਮੈਂ ਚਲੋ ਸਮਝ ਰੱਖਦਾ ਜੀ, ਇੱਕ ਮੇਰੇ ਧਰਮ ਬਾਰੇ ਜਾਂ ਜਿੱਥੋਂ ਮੈਨੂੰ ਵਿਚਾਰ ਮਿਲੇ ਵੀ, ਮੈਂ ਕਹਿੰਦਾ ਹੁੰਦਾ ਵੀ ਸਿੱਖੀ ਕੱਟੜਵਾਦ ਹੋਊਗੀ ਲੋਕਾਂ ਲਈ, ਸਿੱਖੀ ਸਾਡੇ ਜਿਉਣ ਦਾ ਵਿਚਾਰ ਹੈ। ਜੇ ਉਹਦੇ ਵਿੱਚ ਕਿਸੇ ਨੂੰ ਕੱਟੜਤਾ ਦਿਖਦੀ ਹੈ ਤਾਂ ਉਹਨੂੰ ਦੇਖਣ ਦਾ ਸਟਾਈਲ ਸੁਧਾਰਨਾ ਚਾਹੀਦਾ। ਜੇ ਗੁਰੂ ਨਾਨਕ ਦੇਵ ਜੀ ਬਾਬਰ ਨੂੰ ਜਾਬਰ ਕਹਿ ਸਕਦੇ, ਜੇ ਮੀਰੀ ਪੀਰੀ ਦਾ ਕਨਸੈਪਟ ਵੀ ਆਪਣੇ ਧਰਮ ਚ, ਜੇ ਕਸ਼ਮੀਰੀ ਪੰਡਤਾਂ ਲਈ ਗੁਰੂ ਤੇਗ ਬਹਾਦਰ ਸੰਵਾਦ ਕਰਕੇ ਸੰਘਰਸ਼ ਕਰਦੇ ਆ, ਸੰਵਾਦ ਦੇ ਵਿੱਚ ਦੀ ਸੰਘਰਸ਼ ਜੇ ਨਦੀ ਦੇ ਧਿਆਰੇ ਸਿੰਘ ਜੀ, ਚੀਜ਼ਾਂ ਸਾਨੂੰ ਪਿੱਛੋਂ ਮਿਲੀਆਂ। ਪਹਿਲਾਂ ਸੰਵਾਦ ਹੀ ਇਹ ਖੰਡਾ ਨਿਕਲਦਾ ਜਦੋਂ ਜ਼ਰੂਰਤ ਪੈਂਦੀ ਹੈ, ਤਾਂ ਉਸੇ ਤਰੀਕੇ ਉਹ ਯੂਥ ਹੁਣ ਇਸ ਚ ਕਰਦਾ। ਅੱਜ ਯੂਥ ਉੱਥੇ 13 ਦਿਨਾਂ ਤੋਂ ਬੈਠਾ, ਯੂਥ ਨੂੰ ਪਤਾ ਵੀ ਮੇਰਾ ਰੋਲ ਕੀ ਹੈ, ਯੂਥ ਨੂੰ ਪਤਾ ਵੀ ਅਸੀਂ ਬਾਬਾ ਦੀਪ ਸਿੰਘ ਦੇ ਵਾਰਸ ਹਾਂ, ਜਿਹਦੀ ਫੋਟੋ ਥੱਲੇ ਭਗਤੀ ਮੇਂ ਸ਼ਕਤੀ ਲਿਖਿਆ ਹੁੰਦਾ ਹੈ। ਵੀ ਜੇ ਰੂਹਾਂ ਨੂੰ ਵੀ ਸੱਚੀਆਂ ਕਰਾਂਗੇ, ਜੇ ਰੂਹਾਂ 'ਚ ਪਾਵਰ ਭਰਾਂਗੇ ਤਾਂ ਸਰੀਰਕ ਲੜਾਈ ਵੀ ਲੜ ਜਾਾਂਗੇ। ਤਾਂ ਬਹੁਤ ਵਧੀਆ ਤਰੀਕੇ ਨਾਲ ਯੂਥ ਸਾਥ ਦੇ ਰਿਹਾ ਜੀ, ਇਹੋ ਜਿਹੀ ਕੋਈ ਗੱਲ ਨਹੀਂ, ਬਸ ਥੋੜਾ ਜਿਹਾ ਜ਼ਰੂਰਤ ਸੀ ਅਵੇਅਰਨੈਸ ਦੀ, ਉਹਨਾਂ ਨੂੰ ਮਿਲ ਰਹੀ ਹੈ। ਤੇ ਬਾਕੀ ਚਲੋ ਗੱਲਾਂ ਲੰਬੀਆਂ ਹੋ ਜਾਂਦੀਆਂ, ਹੌਲੀ ਹੌਲੀ ਦਾ ਮਾਹੌਲ ਮੈਨੂੰ ਲੱਗਦਾ ਇਹ ਅੰਦੋਲਨ ਨੇ ਸਾਨੂੰ ਬਹੁਤ ਕੁਝ ਦੇਣਾ ਜੀ, ਅਗਲੇ 5-7 ਸਾਲਾਂ ਲਈ ਤਾਂ ਦੇਣਾ ਹੀ ਦੇਣਾ। ਉਹ ਸਾਡੇ ਤੇ ਡਿਪੈਂਡ ਕਰਦਾ ਵੀ ਅਸੀਂ ਉਹਨੂੰ ਕੈਸ਼ ਕਿਵੇਂ ਕਰਦੇ ਹਾਂ। ਤੁਸੀਂ ਯਾਦ ਰੱਖਿਓ ਜੀ 2022 ਦੇ ਇਲੈਕਸ਼ਨ 'ਚ ਚਾਹੇ 10 ਸੀਟਾਂ ਹੋਣ, ਚਾਹੇ 50 ਸੀਟਾਂ ਹੋਣ, ਇਹੋ ਜਿਹੀਆਂ ਸੀਟਾਂ ਹੋਣਗੀਆਂ ਜਿੱਥੇ ਯੂਥ ਰੋਲ ਪਲੇ ਕਰੂਗਾ। ਬਿਲਕੁਲ। ਸੋ ਇਹ ਅੰਦੋਲਨ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਇਹ ਮੈਸੇਜ ਦੇ ਜਾਏਗਾ ਕਿ ਜਿਵੇਂ ਮੋਨੋਪੋਲੀ ਹਾਊਸਿਸ ਜਿਹੜੇ ਆ ਉਹਨਾਂ ਨੂੰ ਅੱਗੇ ਲਿਆਉਣ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ, ਉਹ ਨਾ ਕਰੇ। ਤੇ ਕਿਤੇ ਨਾ ਕਿਤੇ ਜਿਹੜੀ ਹੈ ਜਿਵੇਂ ਵੀ ਹੈ, ਜੋ ਵੀ ਇਸ ਅੰਦੋਲਨ ਦੀ ਅੱਗੇ ਤਸਵੀਰ ਬਣਨੀ ਹੈ, ਉਸ ਦੇ ਵਿੱਚ ਬਹੁਤ ਸਾਲ ਹੋ ਗਏ ਪਹਿਲਾਂ ਗੋਰਿਆਂ ਦੀ ਜਿਹੜੀ ਗੁਲਾਮੀ ਕੀਤੀ, ਤੇ ਹੁਣ ਜਿਹੜੇ 5-6 ਕਾਰਪੋਰੇਟ ਘਰਾਣੇ ਆ ਉਹਨਾਂ ਦੀ ਗੁਲਾਮੀ ਜਿਹੜੀ ਹੈ ਉਹ ਪੰਜਾਬ, ਉਹ ਭਾਰਤ ਨਹੀਂ ਕਰੇਗਾ। ਤੁਸੀਂ ਇਤਿਹਾਸ ਦੀ ਗੱਲ ਕੀਤੀ ਜੀ, ਬੜਾ ਗੱਲ ਚਲਾਈ। ਤੇ ਜਦੋਂ ਗੋਰਿਆਂ ਵੇਲੇ ਕਿਸਾਨੀ ਆਇਆ ਸੀ ਕਾਨੂੰਨ ਜਾਂ ਇਕਨੋਰ, ਹਨਾ, ਉਦੋਂ ਵੀ ਬਾਂਕੇ ਲਾਲ ਜੀ ਤੇ ਸਰਦਾਰ ਭਗਤ ਜੀ, ਸਰਦਾਰ ਅਜੀਤ ਸਿੰਘ ਸੰਧੂ, ਇਹਨਾਂ ਸਭ ਲੋਕਾਂ ਨੇ ਲੀਡ ਕੀਤਾ ਸੀ ਤੇ ਗੋਰਿਆਂ ਦੇ ਨੱਕੇ ਮੋੜਤੇ ਸੀ। ਅੱਜ ਵੀ ਚਲੋ ਜਦੋਂ ਦੁਬਾਰੇ ਕਿਸਾਨਾਂ ਦੇ 110 ਸਾਲਾਂ ਬਾਅਦ ਭੀੜ ਪੈਂਦੀ ਹੈ, 112-13 ਸਾਲਾਂ ਬਾਅਦ ਭੀੜ ਪੈਂਦੀ ਹੈ, ਤਾਂ ਅੱਜ ਵੀ ਝੰਡਾ ਪੰਜਾਬ ਨੇ ਚੱਕਿਆ। ਹਰਿਆਣਾ, ਯੂਪੀ, ਰਾਜਸਥਾਨ ਸਾਡਾ ਸਾਥ ਦੇ ਰਿਹਾ। ਯੂਪੀ ਰਾਜਸਥਾਨ ਥੋੜਾ ਜਿਹਾ ਪਿੱਛੇ ਆ, ਉਹਨਾਂ ਨੂੰ ਹੋਰ ਅੱਗੇ ਵੱਧ ਕੇ ਸਾਡਾ ਸਾਥ ਦੇਣਾ ਚਾਹੀਦਾ। ਇਹ ਜਿਹੜਾ ਦਿੱਲੀ ਜੈਪੁਰ ਆਪਣੀਆਂ ਕਿਸਾਨ ਜਥੇਬੰਦੀਆਂ ਨੇ ਹਾਈਵੇ ਤੁਸੀਂ ਦੱਸਿਆ ਬਲੌਕ ਕਰਨ ਦੀ ਗੱਲ ਕੀਤੀ, ਇਹ ਬੜਾ ਚੰਗਾ ਜੇ ਰਾਜਸਥਾਨ ਦੇ ਕਿਸਾਨ ਦੀ ਗੱਲ ਕਰਦੇ ਤਾਂ ਉਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਇਤਿਹਾਸ ਤੋਂ, ਜੇ ਉਧਰ ਨੂੰ ਹੀ ਹੁਣ ਚੀਜ਼ਾਂ ਮੁੜ ਰਹੀਆਂ। ਦੇਸ਼ ਵੀ ਮੈਨੂੰ ਲੱਗਦਾ ਉਹਨਾਂ ਖਿਲਾਫ ਖੜਾ ਹੋ, ਰਿਜ਼ਲਟ ਕਿੱਥੋਂ ਮਿਲਦਾ ਜੀ? ਅਸੀਂ ਅੱਗੇ ਵੀ ਹਰ ਜੰਗ ਸਿਰਫ ਜਿੱਤਣ ਨੂੰ, ਮਹਾਰਾਣਾ ਪ੍ਰਤਾਪ ਆਪਦੀਆਂ ਸਾਰੀਆਂ ਜੰਗਾਂ ਹਾਰ ਕੇ ਵੀ ਅੱਜ ਲੋਕਾਂ ਨੂੰ ਯਾਦ ਹੈ। ਰੱਬ ਕਰੇ ਰਿਜ਼ਲਟ ਸਾਡੀ ਝੋਲੀ ਪਵੇ ਤੇ ਪੂਰਨ ਤੌਰ ਤੇ ਪਵੇ, ਖੁਦਾ ਨਾ ਖਾਸਤਾ ਕੁਝ ਉੱਪਰ ਨੀਚਾ ਹੁੰਦਾ ਤਾਂ ਜੀ ਇਦੋਂ ਬਾਅਦ ਇੱਕ ਬਿਜਲੀ ਦਾ ਕਾਨੂੰਨ ਆਉਣਾ ਸੀ ਜਿਹਨੇ ਕਿਸਾਨ ਨੂੰ ਐ ਜਮਾਂ ਵਿਛਾ ਦੇਣਾ ਸੀ ਥੱਲੇ। ਅੱਜ ਉਹ ਸਰਕਾਰ ਦੀ ਮਜਬੂਰੀ ਬਣੀ ਪਈ ਹੈ ਵੀ ਯਾਰ ਪਹਿਲੇ ਗੇੜ ਚੋਂ ਤਾਂ ਨਿਕਲੇ ਨਹੀਂ, ਕਾਨੂੰਨ ਕਰ ਬੈਠੇ, ਇੱਥੇ ਪਤਾ ਨਹੀਂ ਕੀ ਹੋਣਾ। ਇਹ ਅੱਜ ਸਾਡੇ ਸੰਘਰਸ਼ ਦੀ ਪ੍ਰਾਪਤੀ ਹੈ। ਜਿਹੜੇ 5-6 ਬਿੱਲ ਤੋਂ ਬਾਅਦ ਪਾਈਪਲਾਈਨ ਚ, ਉਹਨਾਂ ਨੂੰ ਰੋਕ ਰਿਹਾ ਇਹ ਸੰਘਰਸ਼। ਤੇ ਜਿਹੜਾ ਇਹ ਮੈਂ ਤੁਹਾਨੂੰ ਸ਼ੁਰੂ ਚ ਕਹਿ ਦਿੱਤਾ ਸੀ ਵੀ ਇਹਦੇ ਚ ਅੱਜ 12 ਤੋਂ 15 ਸੋਧਾਂ ਤੱਕ ਪਹੁੰਚ ਗਏ ਤਾਂ ਸਾਡੇ ਸੰਘਰਸ਼ ਕਰਕੇ। ਤੇ ਨਹੀਂ MSP ਵੀ ਐ ਇਧਰਲੇ ਕੰਨ ਚੋਂ ਸੁਣ ਕੇ ਐਂ ਕੱਢ ਦਿੰਦੇ ਸੀ ਵੀ ਹਾਂ ਦੇਖਾਂਗੇ, ਨਹੀਂ ਯਾਰ ਆਪਕੀ MSP ਤੋਂ ਰਹੇਗੀ। ਆਪਣਾ ਰੌਲਾ ਫੇਰ ਉੱਥੇ ਵੀ MSP ਤਾਂ ਰਹੂਗੀ, ਹੋਰ ਸਾਈਨ ਕਰੋ। ਇਹ ਨਹੀਂ ਵੀ MSP 23 ਰੁਪਈਆ ਦੇ ਫਸਲ ਜੀ। ਬਿਲਕੁਲ। ਅਮਿਤ ਸਿੰਘ
ਜੀ ਅਮੇਸ਼ ਸਿੰਘ ਟੀਮਾ ਜੀ, ਤੁਹਾਡੀ ਆਵਾਜ਼ ਜਿਹੜੀ ਹੈ ਉਹ ਥੋੜਾ ਜਿਹਾ ਆਈ ਥਿੰਕ ਨੈਟਵਰਕ ਇਸ਼ੂ ਕਰਕੇ ਬਹੁਤ ਕੱਟ ਕੇ ਆ ਰਹੀ ਹੈ, ਪਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕਰਨ ਦੇ ਲਈ ਨਾਲ ਜੁੜੇ ਔਰ ਆਪਣੇ ਬਹੁਤ ਸਾਰੇ ਜਿਹੜੇ ਨੇ ਵਿਚਾਰ ਰੱਖੇ। ਸੋ ਅਮੇਸ਼ ਸਿੰਘ, ਟੀਮਾਂ ਵਰਗੇ ਕਹਿ ਸਕਦੇ ਹਾਂ ਨੌਜਵਾਨ ਜਦੋਂ ਅੱਗੇ ਆਉਂਦੇ ਨੇ, ਖਾਸ ਕਰਕੇ ਇਹੋ ਜਿਹੇ ਅੰਦੋਲਨਾਂ ਦੇ ਵਿੱਚ ਬੋਲਦੇ ਨੇ, ਤਾਂ ਕਿਤੇ ਨਾ ਕਿਤੇ ਇਹ ਤਸਵੀਰ ਸਾਫ਼ ਹੁੰਦੀ ਹੈ ਕਿ ਅਗਲਾ ਜਿਹੜਾ ਭਵਿੱਖ ਹੈ ਉਹ ਦੇਸ਼ ਦਾ ਕੀ ਬਣਨ ਜਾ ਰਿਹਾ, ਕਿਉਂਕਿ ਇਹੀ ਨੌਜਵਾਨ ਹੈ ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਜਿਹੜਾ ਹੈ ਬਦਲਣਾ ਤੇ ਜਿਸ ਦੀ ਜ਼ਰੂਰਤ ਵੀ ਹੈ। ਅੰਦੋਲਨ ਦੀ ਤਸਵੀਰ ਜੋ ਵੀ ਬਣੇਗੀ ਉਸ ਦੇ ਵਿੱਚ ਜੋ ਵੀ ਅਪਡੇਟ ਹੈ ਲਗਾਤਾਰ ਤੁਹਾਨੂੰ ਦਿੰਦੇ ਰਵਾਂਗੇ। ਫਿਲਹਾਲ ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।